गुरु नानक हर नाम दृढ़ाया, भन्नन घड़न समरथ। दृढ़ाया का मतलब दृढ़ करा दिता है, पक्का करा दिता है, विश्वास दिवा दिता है। हर नाम का मतलब हरि का हुक्म, रजा पाना। भन्नन घड़न का मतलब पैदा करना और उन्होंने समाप्त कर देना। तो गुरु पातशाह जी कहते हैं जो हरि शरीरां नूं सहज ही ढाह ते बना सकता है, जो भन्नन घड़न समर्थ है, गुरु ने उस हरि का जो हुक्म है साडे हिरदे विच पक्का कर दिता है। दुख सवाया लख का मतलब उस हुक्म नूं पक्कियां करन करके साडा जिन्ना भी दुख है वो सारे का सारा लथ गया है। प्रभ सदा संभाले मित्र तू, दुख सवाया लथ। कि हे मित्र तू ही उस प्रभु नूं याद कर, रब्बी गुणां नूं याद कर, रब्बी गुणां दा धारनी हो, रब्बी गुणां नूं इंप्लीमेंट कर, रब्बी हुक्म दे अंदर तुर। दुख सबाया लथ का मतलब तेरा भी सारा दुख ले जाएगा। इस श्लोक का भाव यह सारा संसार रब्बी हुक्म दे अंदर कार्यशील है। उत्पत्ति, लैता, पालना और संचालन सब कुछ हुक्म विच है। ते गुरु ने उस प्रभु का हुक्म दृढ़ करा दिता है कि उस प्रभु दे हुक्म दे अंदर रहना है। हुक्म ही भन्नन और करन दे विच समर्थ है। हे मित्र तू उस हुक्म नूं याद रख, हुक्म दे अंदर जिंदगी जी, रब्बी गुणां नूं अपने जीवन विच इंप्लीमेंट कर, तां तेरी जिंदगी दा सारा दुख ले जाएगा। थोड़े शब्दां विच असीं समझना चाहिए तां जन्म मौत आदि सारा कुछ रब्बी हुक्म विच है ते जो रब्बी हुक्म दे अंदर जिंदगी जींदा है वो दुखी नहीं हुंदा। रब्बी हुक्म तो बाहर जाण करके ही जीवन दे अंदर दुख पैदा हुंदे ने। महला पंजवां। खुदियावंत न जाणई, लाज कुलाज कुबोल। खुदियावंत मतलब भुखा, ना जाणई दा मतलब वो जानदा नहीं, परवाह नहीं करदा। लाज कुलाज दा मतलब इज्जत और बेइज्जती, ते कुबोल दा मतलब भैड़े बोल, निरादरी वाले बोल। जिवें कोई भुखा मनुख होवे, ਭੁੱਖਾ ਮਨੁੱਖ ਆਦਰ ਦੇ ਬਚਨ ਜਾਂ ਨਿਰਾਦਰੀ ਦੇ ਮੰਦੇ ਬਚਨ ਨੂੰ ਨਹੀਂ ਜਾਣਦਾ, ਭਾਵ ਉਹਨਾਂ ਦੀ ਪਰਵਾਹ ਨਹੀਂ ਕਰਦਾ ਤੇ ਉਹ ਰੋਟੀ ਦੀ ਮੰਗ ਕਰਦਾ ਹੈ ਕਿਉਂਕਿ ਮੈਨੂੰ ਭੁੱਖ ਲੱਗੀ ਹੈ, ਮੇਰੀ ਭੁੱਖ ਦੂਰ ਹੋ। ਜੇ ਉਹਨੂੰ ਕੋਈ ਮਾੜੇ ਬੋਲ ਵੀ ਬੋਲੇ ਨਾ ਤਾਂ ਫਿਰ ਵੀ ਉਹਨਾਂ ਦੀ ਚਿੰਤਾ ਨਾ ਕਰਦਿਆਂ ਹੋਇਆਂ ਉਹ ਸਭ ਤੋਂ ਪਹਿਲਾਂ ਰੋਟੀ ਮੰਗਦਾ ਹੈ ਕਿ ਮੈਨੂੰ ਰੋਟੀ ਮਿਲੇ, ਮੇਰਾ ਜੀਵਨ ਬਚੇ। ਜੋ ਭੁੱਖਾ ਬੰਦਾ ਹੈ ਉਹ ਇੱਜ਼ਤ ਬੇਇੱਜ਼ਤੀ ਮਾਨ ਆਦਰ ਨਾਲੋਂ ਪਹਿਲਾਂ ਉਹਨੂੰ ਭੁੱਖ ਮਿਟਾਉਣ ਦੀ ਜ਼ਰੂਰਤ ਹੈ ਕਿਉਂਕਿ ਭੁੱਖ ਕਰਕੇ ਉਹਦਾ ਜੀਵਨ ਖਤਮ ਹੋ ਰਿਹਾ ਹੈ। ਇਸ ਲਈ ਉਹ ਲਾਜ ਕੁਲਾਜ ਆਦਿਕ ਨੂੰ ਨਹੀਂ ਸਮਝਦਾ। ਹੁਣ ਅਗਲੀ ਪੰਕਤੀ ਦੇ ਵਿੱਚ ਵਚਨ ਕਰਦੇ ਨੇ, ਨਾਨਕ ਮੰਗੈ ਨਾਮ ਹਰ, ਕਰ ਕਿਰਪਾ ਸੰਜੋਗ। ਕਿ हे ਪ੍ਰਭੂ ਮੈਂ ਵੀ ਤੇਰੇ ਤੋਂ ਹੁਕਮ ਦੀ ਗੁਣਾਂ ਦੀ ਮੰਗ ਮੰਗਦਾ ਹਾਂ ਕਿ ਮੇਰੇ ਤੇ ਰਹਿਮਤ ਕਰ, ऐसा संजोग बना, सबब बना कि मैं तेरे हुक्म और रजा दे अंदर तुर सका। हुण इस पिछली पंक्ति नूं पहली पंक्ति दे नाल रिलेट करके समझना है कि जिवें भुखे बंदे नूं लाज कुलाज दी नहीं हुंदी, उहनूं भुख वास्ते मिटाण लई रोटी चाहीदी है ते ओह रोटी दी मंग करदा है। बेशक उहनूं कोई माड़े बोल भी बोले जां चंगे बोले जां निरादर करे, ओह इस चीज दी परवाह करन तो बिना रोटी दी मंग करदा है क्योंकि ਉਹਦਾ ਜੀਵਨ ਉਹਦੇ ਤੇ ਆਧਾਰਿਤ ਹੈ। ਇਸੇ ਤਰ੍ਹਾਂ ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਪ੍ਰਭੂ ਦੇ ਗੁਣਾਂ ਦੀ ਤਾਂਘ ਹੁੰਦੀ ਹੈ, ਰੱਬੀ ਰਜ਼ਾ ਨੂੰ ਜੋ ਸਮਝਦੇ ਨੇ ਉਸ ਦੀ ਮਹਾਨਤਾ ਨੂੰ, ਕਿ ਇਸ ਹੁਕਮ ਤੋਂ ਬਿਨਾ, ਰੱਬੀ ਗੁਣਾਂ ਤੋਂ ਬਿਨਾ ਜ਼ਮੀਰ ਮਰ ਜਾਏਗੀ, ਇਨਸਾਨੀਅਤ ਮਰ ਜਾਏਗੀ, ਤਾਂ ਉਹ ਦੁਨਿਆਵੀ ਜੋ ਵਿਖਾਵੇ ਦੀ ਲਾਜ ਕੁਲਾਜ ਇੱਜ਼ਤ ਬੇਇੱਜ਼ਤੀ ਹੈ, ਮਾਨ ਅਪਮਾਨ, ਉਹਦੀ ਪਰਵਾਹ ਨਹੀਂ ਕਰਦੇ। ਉਹ ਰੱਬੀ ਰਜ਼ਾ ਦੇ ਵਿੱਚ ਤੁਰਦੇ ਨੇ ਔਰ ਰੱਬ ਤੋਂ ਰੱਬੀ ਰਜ਼ਾ ਦੇ ਵਿੱਚ ਤੁਰਨ ਦੀ ਮੰਗ ਮੰਗਦੇ ਕਿ ਅਸੀਂ ਰੱਬੀ ਰਜ਼ਾ ਦੇ ਵਿੱਚ ਤੁਰੀਏ। ਉਹ ਲੋਕ ਲਾਜ ਦੀ ਪਰਵਾਹ ਨਹੀਂ ਕਰਦੇ। ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਲੋਕ ਕੀ ਕਹਿਣਗੇ। ਜੇਕਰ ਬੰਦਾ ਇਹ ਸੋਚਦਾ ਰਹੇਗਾ ਕਿ ਲੋਕ ਕੀ ਕਹਿਣਗੇ, ਲੋਕਾਂ ਨੂੰ ਖੁਸ਼ ਕਰਨ ਵਾਸਤੇ ਜ਼ਿੰਦਗੀ ਜੀਵੋਗੇ, ਤਾਂ ਹੋ ਸਕਦਾ ਹੈ ਫਿਰ ਚੰਗੀ ਜ਼ਿੰਦਗੀ ਤੁਸੀਂ ਕਦੇ ਵੀ ਨਾ ਜੀ ਸਕੋ। ਕਿਉਂਕਿ ਸੱਚ ਦੇ ਰਾਹਾਂ ਦੇ ਉੱਤੇ ਤੁਰੋਗੇ
ਤਾਂ ਅਨੇਕਾਂ ਲੋਕ ਤੁਹਾਨੂੰ ਕਈ ਕੁਝ ਕਹਿਣਗੇ। ਹੁਣ ਭਗਤ ਕਬੀਰ ਜੀ ਨੇ ਤਾਂ ਉਹਨਾਂ ਨੂੰ ਕਰਮਕਾਂਡੀ ਲੋਕ ਕਹਿ ਰਹੇ ਨੇ ਕਿ ਕਬੀਰ ਤੂੰ ਕੈਸਾ ਭਗਤ, ਕੈਸਾ ਬੰਦਾ, ਨਾ ਤੂੰ ਵਰਤ ਰੱਖਦਾ ਹੈ, ਨਾ ਤੂੰ ਰੋਜ਼ੇ ਰੱਖਦਾ ਹੈ, ਨਾ ਤੂੰ ਮੱਕੇ ਮਦੀਨੇ ਜਾਂਦਾ ਹੈ, ਨਾ ਹੀ ਤੂੰ ਗੰਗਾ ਜਮਨਾ ਤੇ ਜਾਂਦਾ ਹੈ, ਤੂੰ ਕੈਸਾ ਧਾਰਮਿਕ ਬੰਦਾ, ਤੂੰ ਤਾਂ ਆਪਣੀ ਇੱਜ਼ਤ ਹੀ ਗਵਾ ਲਈ। ਲੋਕ ਬੋਲ ਰਹੇ ਨੇ ਨਾ, ਪਰ ਭਗਤ ਕਬੀਰ ਜੀ ਇਹਨਾਂ ਦੀ ਪਰਵਾਹ ਨਹੀਂ ਕਰ ਰਹੇ। ਉਹਨਾਂ ਨੂੰ ਰੱਬੀ ਹੁਕਮ ਦੀ ਮਹਾਨਤਾ ਦਾ ਪਤਾ ਹੈ ਤੇ ਉਹ ਬੜੇ ਪਿਆਰ ਦੇ ਨਾਲ ਵਿਅੰਗਾਤਮਕ ਸ਼ਬਦਾਵਲੀ ਵਿੱਚ ਉੱਤਰ ਦੇ ਰਹੇ ਨੇ ਕਿ ਹਮ ਅਪਤਹਿ ਆਪਣੀ ਪਤ ਖੋਈ, ਹਮਰੇ ਖੋਜ ਪਰੋ ਮਤ ਕੋਈ, ਪਤ ਅਪਤ ਤਾਕੀ ਨਹੀਂ ਲਾਜ, ਤਬ ਜਾਣੋਗੇ ਜਬ ਉਗਰਹਿ ਗੋਪਾਜ। ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਸੱਚ ਦੇ ਰਾਹ ਦੇ ਉੱਤੇ ਤੁਰਨ ਵਾਸਤੇ ਲੋਕ ਲਾਜ ਦੀ ਤਿਆਗ ਕਰਨੀ ਹੋਵੇਗੀ। ਜੋ ਲੋਕ ਲਾਜ ਦੀ ਤਿਆਗ ਕਰ ਸਕਦਾ ਹੈ ਉਹੀ ਸੱਚ ਦੇ ਰਾਹਾਂ ਦੇ ਉੱਤੇ ਤੁਰ ਸਕਦਾ ਹੈ। ਉਹਨੂੰ ਦੁਨਿਆਵੀ ਜਿਹੜੀ ਹੈ ਲੋਕ ਲਾਜ ਆਦਿ ਕੇ ਉਹਦੀ ਚਿੰਤਾ ਨਹੀਂ ਹੁੰਦੀ, ਉਹ ਸੱਚ ਦੇ ਰਾਹਾਂ ਤੇ ਤੁਰਦਾ ਹੈ। ਪੌੜੀ ਜੇ ਵੇਹ ਕਰਮ ਕਮਾਉਂਦਾ ਤੇ ਵੇਹ ਫਲਤੇ। ਫਲਤੇ ਦਾ ਮਤਲਬ ਫਲ ਮਿਲਦਾ ਹੈ। ਜਿਹੋ ਜੇ ਮਨੁੱਖ ਕਰਮ ਕਰਦਾ ਹੈ ਉਹੋ ਜਿਹਾ ਉਹਨੂੰ ਫਲ ਮਿਲ ਜਾਂਦਾ ਹੈ। ਜਿਵੇਂ ਜਿਹੜੀ ਫਸਲ ਬੀਜੋਗੇ ਉਹ ਫਸਲ ਪੈਦਾ ਹੋ ਜਾਏਗੀ। ਕਿੱਕਰਾਂ ਦੇ ਬੀਜ ਬੀਜੋਗੇ, ਕਿੱਕਰ ਪੈਦਾ ਹੋ ਜਾਣਗੇ। ਜੇ ਕੋਈ ਗੁਲਾਬ ਆਦਿਕ ਬੀਜੇਗਾ ਉਹ ਪੈਦਾ ਹੋ ਜਾਣਗੇ। ਜੇ ਕੋਈ ਝੋਨਾ ਕਣਕ ਆਦਿਕ ਬੀਜੇਗਾ ਉਹ ਪੈਦਾ ਹੋ ਜਾਏਗਾ। ਜੋ ਵੀ ਬੀਜ ਬੀਜੇਗਾ ਬੰਦਾ ਉਹ ਫਲ ਮਿਲ ਜਾਂਦਾ ਹੈ, ਵਰਕਸ਼ ਪੈਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜੈਸੇ ਅਸੀਂ ਆਪਣੇ ਅੰਦਰ ਸੰਸਕਾਰ ਪੈਦਾ ਕਰਦੇ ਹਾਂ, ਜੈਸੇ ਬੋਲਦੇ ਹਾਂ, ਜੈਸਾ ਸਾਡਾ ਵਿਹਾਰ ਹੁੰਦਾ ਹੈ, ਵੈਸਾ ਹੀ ਸਾਨੂੰ ਫਲ ਮਿਲ ਜਾਂਦਾ ਹੈ, ਸੁੱਖ ਦੁੱਖ ਚਿੰਤਾ ਜਾਂ ਖੁਸ਼ੀ ਆਦਿ। ਚੱਬੇ ਤੱਤਾ ਲੋਹ ਸਾਰ ਵਿੱਚ ਸੰਗ ਹੈ ਪਲਤੇ। ਪਲਤੇ ਦਾ ਮਤਲਬ ਹੈ ਪਲਿਤ, ਸਾੜ ਦੇਣਾ। ਲੋਹ ਸਾਰ ਦਾ ਮਤਲਬ ਫੌਲਾਦ, ਲੋਹਾ, ਸਾਰੜਾ ਮਤਲਬ ਕਰੜਾ। ਜੇ ਕੋਈ ਤੱਤਾ ਤੇ ਕਰੜਾ ਲੋਹਾ ਚੱਬੇ, ਮੂੰਹ ਚ ਪਾਏ, ਤਾਂ ਵਿੱਚ ਸੰਗ ਹੈ ਪਲਤੇ, ਉਹ ਸੰਗ ਦੇ ਅੰਦਰ ਸਾੜ ਪਾਏਗਾ। ਸਾੜ ਦੇਵੇਗਾ ਨਾ, ਪਹਿਲੀ ਗੱਲ ਤੇ ਲੋਹਾ ਵੈਸੇ ਹੀ ਨਹੀਂ ਚੱਬਿਆ ਜਾਂਦਾ। ਤੇ ਜੇ ਕੋਈ ਗਰਮ ਲਾਲ ਸੁਰਖ ਲੋਹਾ ਮੂੰਹ ਦੇ ਵਿੱਚ ਪਾ ਕੇ ਉਹਨੂੰ ਮੋੜਨ ਦਾ, ਉਹਨੂੰ ਚੱਬਣ ਦਾ ਯਤਨ ਕਰੇ ਤਾਂ ਉਸ ਬੰਦੇ ਦਾ ਕੀ ਹਾਲ ਹੋਏਗਾ, ਇਹ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਨਾ। ਤਾਂ ਗੁਰੂ ਜੀ ਕਹਿੰਦੇ ਨੇ ਜਿਵੇਂ ਕੁਝ ਕਰੜਾ ਤੱਤਾ ਲਾਲ ਹੋਇਆ ਲੋਹਾ ਗਰਮ ਸੰਗ ਦੇ ਵਿੱਚ ਪਾਏ, ਮੂੰਹ ਵਿੱਚ ਪਾ ਕੇ ਚੱਬਣਾ ਚਾਹੇ ਤਾਂ ਉਹਦੇ ਸੰਗ ਨੂੰ, ਗਲੇ ਨੂੰ, ਸਭ ਕੁਝ ਨੂੰ ਜਲਾ ਕੇ ਰਾਖ ਕਰੇਗਾ। ਹੱਥ ਗਲਾਵਾਂ ਚਾਲਿਆ ਤਿੰਨ ਦੂਤ ਅਮਲ ਤੇ। ਹੁਣ ਜਿਵੇਂ ਤੱਤਾ ਲੋਹਾ ਮੂੰਹ ਦੇ ਵਿੱਚ ਪਾਉਣ ਦੇ ਨਾਲ ਸਾੜ ਪਾਉਂਦਾ ਹੈ ਨਾ, ਇਸੇ ਤਰ੍ਹਾਂ ਜੋ ਅਕਿਰਤ ਇਨਸਾਨ ਹੈ, ਘੱਤ ਦਾ ਮਤਲਬ ਪਾ ਕੇ, ਗਲਾਵਾਂ ਦਾ ਮਤਲਬ ਗਲੇ ਦੀ ਰੱਸੀ, ਜਿਵੇਂ ਕਿਸੇ ਪਸ਼ੂ ਦੇ ਗਲ ਦੇ ਵਿੱਚ ਰੱਸੀ ਪਾਈ ਹੁੰਦੀ ਹੈ ਤੇ ਉਸ ਪਸ਼ੂ ਨੂੰ ਖਿੱਚ ਕੇ ਲੈ ਜਾਈਦਾ। ਤਿੰਨ ਦਾ ਮਤਲਬ ਉਸਨੇ, ਦੂਤ ਦਾ ਮਤਲਬ ਆ ਕਾਮ ਕ੍ਰੋਧ ਆਦਿਕ ਨੇ, ਅਮਲ ਤੇ ਦਾ ਮਤਲਬ ਜੋ ਅਮਲ ਕੀਤਾ ਜਾਂਦਾ ਹੈ। ਤਾਂ ਜਮਦੂਤ ਦਾ ਮਤਲਬ ਜੋ ਆਤਮਕ ਮੌਤ ਹੈ ਨਾ, ਉਹਦੇ ਖੋਟੇ ਕਰਮਾਂ ਕਰਕੇ ਮਨੁੱਖੀ ਗਲ ਵਿੱਚ ਰੱਸਾ ਪਾ ਕੇ ਉਹਨੂੰ ਅੱਗੇ ਲਾ ਦੇ। ਹੁਣ ਇੱਥੇ ਰੱਸਾ ਪਾ ਕੇ ਅੱਗੇ ਲਾਉਣ ਦਾ ਮਤਲਬ ਇਹ ਨਹੀਂ ਕਿ ਜਿੰਨਾ ਮਾੜੇ ਕਰਮ ਕੀਤੇ ਨੇ ਤੇ ਉਹਦੇ ਗਲ ਵਿੱਚ ਰੱਸਾ ਪਾ ਕੇ ਤੇ ਖਿੱਚੀ ਫਿਰਦਾ ਹੋਵੇ। ਐਸਾ ਅਸੀਂ ਖਿਚੀਂਦਾ ਕਿਸੇ ਨੂੰ ਵੀ ਨਹੀਂ ਦੇਖਦੇ। ਇੱਥੇ ਗੱਲ ਦਾ ਮਤਲਬ ਹੈ ਸੋਚ। ਉਹਦੀ ਸੋਚ ਨੂੰ ਵਿਕਾਰਾਂ ਦੀ ਫਾਈ ਪਈ ਹੁੰਦੀ ਹੈ ਤੇ ਆਤਮਕ ਮੌਤ ਨੇ ਉਹਨੂੰ ਅੱਗੇ ਲਾਇਆ ਹੁੰਦਾ ਹੈ। ਭਾਵ ਕਿ ਉਹ ਆਤਮਕ ਮੌਤ ਦੇ ਪ੍ਰਭਾਵ ਥੱਲੇ ਹੁੰਦਾ ਹੈ। ਉਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ ਜੋ ਮਾੜੇ ਕਰਮ ਕਰਦਾ ਹੈ। ਜਿਵੇਂ ਤੱਤਾ ਲੋਹਾ ਮੂੰਹ ਵਿੱਚ ਪਾਉਣ ਨਾਲ ਮੂੰਹ ਸੜ ਜਾਂਦਾ ਹੈ ਤੇ ਸੜਦਾ ਉਹਦਾ ਹੈ ਜੋ ਪਾਏਗਾ। ਇਸੇ ਤਰ੍ਹਾਂ ਜੋ ਮਾੜੇ ਕਰਮ ਕਰੇਗਾ ਉਹਦੀ ਸੋਚ ਉਹਨਾਂ ਮਾੜੇ ਕਰਮਾਂ ਦੇ ਫਾਹੀ ਦੇ ਵਿੱਚ ਫਸ ਜਾਏਗੀ ਤੇ ਉਹ ਇਨਸਾਨ ਆਤਮਕ ਮੌਤੇ ਮਰ ਜਾਏਗਾ, ਉਹਦੇ ਅੰਦਰੋਂ ਇਨਸਾਨੀਅਤ ਮਰ ਜਾਏਗੀ। ਕਾਈ ਆਸ ਨਾ ਪੁੰਨੀਆਂ ਨਿਤ ਪਰ ਮਲ ਹਿਰਤੇ। ਇਹਨੂੰ ਪਰ ਔਰ ਮਲ ਨੂੰ ਥੋੜਾ ਵੱਖਰਾ ਵੱਖਰਾ ਕਰਕੇ ਪੜ੍ਹਨਾ। ਪਰ ਮਲ, ਪੁੰਨੀਆਂ ਦਾ ਮਤਲਬ ਸਿਰੇ ਚੜੀ, ਕਾਈ ਆਸ ਦਾ ਮਤਲਬ ਕੋਈ ਵੀ ਆਸਾ, ਪਰਮਲ ਦਾ ਮਤਲਬ ਹੈ ਪਰਾਈ ਮੈਲ, ਹਿਰਤੇ ਦਾ ਮਤਲਬ ਚੁਰਾਉਂਦਿਆਂ, ਹਿਰ ਦਾ ਮਤਲਬ ਹੁੰਦਾ ਹੈ ਚੁਰਾਣਾ। ਸਦਾ ਪਰਾਈ ਮੈਲ ਚੁਰਾਉਂਦੇ ਦੀ ਕੋਈ ਵੀ ਆਸ ਪੂਰੀ ਨਹੀਂ ਹੁੰਦੀ। ਹੁਣ ਪਰਾਈ ਮੈਲ ਚੁਰਾਉਣ ਦਾ ਮਤਲਬ ਹੈ ਕਿ ਪਰਾਈ ਨਿੰਦਿਆ ਕਰਨੀ, ਲੋਕਾਂ ਦੀ ਬਦਖੋਈ ਕਰਨੀ।
ਤੇ ਨਿੰਦਿਆ ਬਾਰੇ ਅਸੀਂ ਕਈ ਵਾਰ ਵਿਚਾਰ ਕਰ ਚੁੱਕੇ ਹਾਂ। ਸੱਚ ਔਰ ਨਿੰਦਿਆ ਦੇ ਵਿੱਚ ਫਰਕ ਹੁੰਦਾ ਹੈ। ਕਈ ਵਾਰ ਅਸੀਂ ਸੱਚ ਨਹੀਂ ਬੋਲਦੇ ਔਰ ਅਸੀਂ ਕਹਿੰਦੇ ਹਾਂ ਸਾਨੂੰ ਕੀ ਲੋੜ ਹੈ ਕਿਸੇ ਦੀ ਨਿੰਦਿਆ ਕਰਨ ਦੀ। ਸੱਚ ਇੱਕ ਵੱਖਰੀ ਚੀਜ਼ ਹੈ, ਨਿੰਦਿਆ ਵੱਖਰੀ ਚੀਜ਼ ਹੈ। ਨਿੰਦਿਆ ਕਹਿੰਦੇ ਨੇ ਆਪਣੇ ਸਵਾਰਥ ਕਰਕੇ ਜਾਂ ਕਿਸੇ ਦੇ ਨਾਲ ਜੈਲਸੀ ਕਰਕੇ ਕਿਸੇ ਦੇ ਗੁਣਾਂ ਨੂੰ ਵੀ ਔਗਣ ਬਣਾ ਕੇ ਪੇਸ਼ ਕਰਨਾ, ਉਹਨੂੰ ਕਹਿੰਦੇ ਨੇ ਨਿੰਦਿਆ। ਝੂਠੀ ਬਦਖੋਈ ਕਰਨੀ, ਝੂਠੇ ਦੋਸ਼ ਲਾਣੇ, ਝੂਠੇ ਦੋਸ਼ ਥੱਪਣੇ। ਤਾਂ ਗੁਰੂ ਜੀ ਕਹਿੰਦੇ ਨੇ ਜੋ ਇਨਸਾਨ ਹਮੇਸ਼ਾ ਹੀ ਝੂਠੀ ਬਦਖੋਈ ਲੋਕਾਂ ਦੀ ਕਰਦਾ ਹੈ, ਨਿੰਦਾ ਚੁਗਲੀ ਕਰਦਾ ਹੈ, ਇਹ ਪਰਾਈ ਮੈਲ ਆਪਣੇ ਅੰਦਰ ਪਾ ਰਿਹਾ ਹੈ ਤੇ ਉਹਦੀ ਕੋਈ ਆਸ ਪੂਰੀ ਨਹੀਂ ਹੁੰਦੀ। ਮਤਲਬ ਕਿ ਉਹਨੂੰ ਕੋਈ ਸੁੱਖ ਔਰ ਸ਼ਾਂਤੀ ਨਹੀਂ ਮਿਲਦੀ, ਉਹਦੇ ਜੀਵਨ ਵਿੱਚ ਖੇੜਾ ਨਹੀਂ ਹੁੰਦਾ, ਉਹਦੇ ਜੀਵਨ ਵਿੱਚ ਵਿਗਾਸਤਾ ਨਹੀਂ, ਉਹਦੇ ਅੰਦਰ ਇਨਸਾਨੀਅਤ ਪੈਦਾ ਨਹੀਂ ਹੁੰਦੀ, ਉਹਦੇ ਅੰਦਰ ਆਤਮਿਕ ਜੀਵਨ ਪ੍ਰਫੁੱਲਤ ਨਹੀਂ ਹੁੰਦਾ, ਉਹਦੇ ਅੰਦਰ ਸਚਾਈ ਆਦਿਕ ਦੇ ਗੁਣਾਂ ਦੇ ਸ਼ੁਭ ਫੁੱਲ ਨਹੀਂ ਖਿੜਦੇ, ਉਹਦੀ ਕੋਈ ਆਸ ਪੂਰੀ ਨਹੀਂ ਹੁੰਦੀ। ਦਾ ਮਤਲਬ ਕਿ ਉਹ ਬੰਦਾ ਦੁਖੀ ਹੀ ਰਹਿੰਦਾ ਹੈ, ਵਿਕਾਰਾਂ ਦੇ ਵਿੱਚ ਹਮੇਸ਼ਾ ਸੜਦਾ ਰਹਿੰਦਾ। ਕੀਆ ਨਾ ਜਾਣੈ ਅਕਿਰਤ ਕਣ ਵਿੱਚ ਜੋਨੀ ਫਿਰਤੇ। ਅਕਿਰਤ ਕਣ ਕਹਿੰਦੇ ਨੇ ਜੋ ਕਿਸੇ ਦੇ ਕੀਤੇ ਨੂੰ ਨਾ ਜਾਣੇ। ਭਾਈ ਗੁਰਦਾਸ ਜੀ ਨੇ ਬਹੁਤ ਪਿਆਰ ਦੇ ਨਾਲ ਸਮਝਾਇਆ ਕਿ ਅਕਿਰਤ ਕਣ ਕਿੰਨਾ ਮਾੜਾ ਹੈ। ਮਦ ਵਿੱਚ ਰਿੱਧਾ ਪਾਏ ਕੈ ਕੁੱਤੇ ਦਾ ਮਾਸ। ਹੁਣ ਪਹਿਲਾਂ ਸ਼ਰਾਬ ਮਾੜੀ ਤੇ ਫਿਰ ਕੁੱਤੇ ਦਾ ਮਾਸ ਮਾੜਾ। ਸ਼ਰਾਬ ਦੇ ਵਿੱਚ ਪਾ ਕੇ ਕੁੱਤੇ ਦਾ ਮਾਸ ਰੰਨਿਆ ਹੋਇਆ, ਰਤੂ ਭਰਿਆ ਕੱਪੜਾ ਘਰ ਕੱਜਣ ਤਾਸ ਤੇ ਖੂਨ ਦੇ ਨਾਲ ਲਿਬੜੇ ਹੋਏ ਕੱਪੜੇ ਦੇ ਨਾਲ ਉਹਨੂੰ ਢੱਕਿਆ ਹੋਇਆ, ਮੱਖੀਆਂ ਭਿਣ ਭਿਣਾ ਰਹੀਆਂ ਨੇ। ਢੱਕ ਲੈ ਚੱਲੀ ਚੂੜੀ ਕਰ ਭੋਗ ਵਿਲਾਸ, ਤੇ ਮਾੜੇ ਕਰਮ ਕਰਕੇ ਕੋਈ ਔਰਤ ਨੂੰ ਢੱਕ ਕੇ ਲੈ ਜਾ ਰਹੀ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਐਨੀ ਮਾੜੀ ਚੀਜ਼ ਵੀ ਸ਼ਰਾਬ ਦੇ ਵਿੱਚ ਕੁੱਤੇ ਦਾ ਮਾਸ ਰਿੰਨਿਆ ਹੈ, ਰੱਤ ਦੇ ਨਾਲ ਲਿਬੜਿਆ ਕੱਪੜਾ, ਮੱਖੀਆਂ ਉੱਤੇ ਭਿਣ ਭਿਣਾ ਰਹੀਆਂ ਨੇ, ਤੇ ਐਸੇ ਚੀਜ਼ ਨੂੰ ਢੱਕਣ ਦੀ ਕੀ ਲੋੜ ਹੈ? ਢੱਕਿਆ ਕਿਉਂ ਹੋਇਆ? ਆਪ ਵੀ ਸਾਹਿਬ ਪੁੱਛਿਆ ਲਾਹੇ ਵਿਸ਼ਵਾਸ। ਤੇ ਭਾਈ ਸਾਹਿਬ ਜੀ ਕਹਿੰਦੇ ਨੇ ਉੱਤਰ ਕੀ ਮਿਲਿਆ ਹੈ? ਨਦਰੀ ਪਵੇ ਅਕਿਰਤ ਕਣ ਮਤ ਹੋਏ ਵਿਨਾਸ਼। ਕਿ ਮੈਂ ਤਾਂ ਢੱਕਿਆ ਹੋਇਆ ਹੈ ਕਿ ਕਿਤੇ ਅਕਿਰਤ ਕਣ ਦੀ ਨਜ਼ਰੀ ਪੈ ਕੇ ਖਰਾਬ ਨਾ ਹੋ ਜਾਏ। ਯਾਨੀ ਅਕਿਰਤ ਕਣ ਇੰਨਾ ਮਾੜਾ ਹੈ, ਵਿਅੰਗਾਤਮਕ ਰੂਪ ਦੇ ਵਿੱਚ ਦੱਸ ਰਹੇ ਨੇ ਅਕਿਰਤ ਕਣ ਮਾੜਾ ਹੈ। ਭਾਰੇ ਭੋਏ ਅਕਿਰਤ ਕਣ ਮੰਦੀ ਹੂੰ ਮੰਦੇ। ਦੁਨੀਆ ਦੇ ਉੱਤੇ ਅਕਿਰਤ ਕਣ ਮਨੁੱਖ ਮੰਦਿਆਂ ਤੋਂ ਵੀ ਮੰਦਾ ਹੈ ਔਰ ਧਰਤੀ ਦੇ ਉੱਤੇ ਸਿਰਫ ਭਾਰ ਹੈ। ਤੇ ਅਕਿਰਤ ਕਣ ਕਹਿੰਦੇ ਨੇ ਜੋ ਕਿਸੇ ਦੇ ਕੀਤੇ ਪਰ ਉਪਕਾਰ ਨੂੰ ਨਾ ਜਾਣੇ। ਚੰਗਿਆਈ ਕੀਤੀ ਹੋਵੇ ਤੇ ਉਹਦੀ ਚੰਗਿਆਈ ਨੂੰ ਜਾਣੇ ਹੀ ਨਾ ਹੋ, ਔਰ ਫਿਰ ਉਹਦਾ ਵਿਰੋਧ ਵਿੱਚ ਬੋਲੇ, ਉਹਦੇ ਵਿਰੋਧ ਦੇ ਵਿੱਚ ਕਰੇ, ਉਹਨੂੰ ਅਕਿਰਤ ਕਣ ਕਹਿੰਦੇ ਨੇ। ਅਕਿਰਤ ਕਣ ਬੰਦਾ ਦੁਨੀਆ ਦਾ ਸਭ ਤੋਂ ਨਿਕੰਮਾ ਇਨਸਾਨ ਹੈ ਔਰ ਧਰਤੀ ਦੇ ਉੱਤੇ ਸਿਰਫ ਭਾਰ ਹੈ, ਜਿਹੜਾ ਕਿਸੇ ਦੀ ਕੀਤੀ ਨੂੰ ਨਹੀਂ ਜਾਣਦਾ। ਹੁਣ ਅਸੀਂ ਇਸ ਚੀਜ਼ ਨੂੰ ਵਿਚਾਰ ਸਕਦੇ ਹਾਂ ਕਿ ਪ੍ਰਭੂ ਨੇ ਜੋ ਰੱਬ ਵਿੱਚ ਲੋਕ ਵਿਸ਼ਵਾਸ ਰੱਖਦੇ ਨੇ, ਦੇਖੋ ਕੁਦਰਤ ਦੇ ਵਿੱਚ ਕਿੰਨਾ ਕੁਛ ਕਰਤੇ ਨੇ ਪੈਦਾ ਕੀਤਾ ਹੈ। ਧਰਤੀ, ਚੰਦਰਮਾ, ਆਕਾਸ਼, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ, ਧੀਆਂ ਪੁੱਤਰ, ਜ਼ਮੀਨ, ਜਾਇਦਾਦ, ਕਿੰਨਾ ਕੁਛ ਦਿੱਤਾ ਹੈ। ਤੇ ਜੇ ਬੰਦਾ ਜਾਣੇ ਨਾ, ਉਸ ਰੱਬ ਦੀ ਰਜ਼ਾ ਵਿੱਚ ਨਾ ਤੁਰੇ ਜਿਨਨੇ ਇੰਨਾ ਕੁਛ ਦਿੱਤਾ ਹੈ, ਜੇ ਉਹਦਾ ਸ਼ੁਕਰਾਨਾ ਹੀ ਨਾ ਕਰੇ, ਖਾਣ ਲੱਗਿਆ ਪ੍ਰਸ਼ਾਦੇ ਛਕਣ ਲੱਗਿਆ ਸ਼ੁਕਰਾਨਾ ਨਹੀਂ, ਕੋਈ ਨਾ ਕੋਈ ਗਿਲਾ, ਔਰ ਕੱਪੜੇ ਪਾਉਣ ਲੱਗਿਆ ਸ਼ੁਕਰਾਨਾ ਨਹੀਂ, ਗਿਲਾ, ਗਿਲੇ ਕਿ ਸਾਡੇ ਕੋਲ ਘੱਟ ਹੈ, ਗਿਲੇ ਸ਼ਿਕਵੇ, ਰੱਬ ਦਾ ਵੀ ਸ਼ੁਕਰਾਨਾ ਨਹੀਂ। ਜੇ ਅਸੀਂ ਸ਼ੁਕਰਾਨਾ ਕਰਨਾ ਸਿੱਖ ਜਾਈਏ ਨਾ, ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਪੂਰੀ ਅਸ਼ਟਪਦੀ ਹੀ ਇੱਕ ਸ਼ੁਕਰਾਨੇ ਦੇ ਨਾਲ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ, ਜੇ ਪ੍ਰਸਾਦ ਸੁਗੰਧਤ ਤਨ ਲਾਵੇਂ, ਤਿਸੇ ਤਿਆਗਤ ਅਵਰ ਲੁਭਾਵੇਂ, ਜੇ ਪ੍ਰਸਾਦ ਸੁਖ ਸੇਜ ਸੋਈਜੈ। ਤਾਂ ਕਿੰਨੀਆਂ ਦਾਤਾਂ ਨੇ ਸ਼ੁਕਰਾਨਾ, ਲੇਕਿਨ ਬੰਦਾ ਨਹੀਂ ਕਰਦਾ ਤਾਂ ਅਕਿਰਤ ਕਹਾਣੀ ਹੈ। ਜੇ ਅਸੀਂ ਗੁਰੂ ਪਾਤਸ਼ਾਹ ਜੀ ਦੇ ਜੀਵਨ ਵੱਲ ਤੱਕੀਏ ਤਾਂ 10 ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਦੇ ਅੰਦਰ ਕਿਹੜੀਆਂ ਵੱਡੀਆਂ ਘਾਲਣਾ ਘਾਲੀਆਂ ਨੇ। ਕਿੱਡੀ ਵੱਡੀ ਇੱਕ ਮਹਾਨ ਵਿਚਾਰਧਾਰਾ ਸੰਸਾਰ ਦੀ ਝੋਲੀ ਵਿੱਚ ਪਾਈ ਹੈ, ਤੇ ਇਹ ਵਿਚਾਰਧਾਰਾ ਦੇਣ ਵਾਸਤੇ ਕਿੰਨੇ ਕਸ਼ਟ ਸਹਾਰਨੇ ਪਏ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨਾ ਸਫ਼ਰ ਕੀਤਾ ਹੈ ਆਪਣੇ ਬੱਚੇ ਪਰਿਵਾਰ ਛੱਡ ਕੇ,
ਉਸ ਤੋਂ ਬਾਅਦ ਬਾਕੀ ਗੁਰੂ ਸਾਹਿਬਾਨ ਨੇ, ਗੁਰੂ ਸਾਹਿਬ ਜੀ ਤੱਤੀ ਤਵੀ ਤੇ ਬਹਿ ਰਹੇ ਨੇ, ਗੁਰੂ ਤੇਗ ਬਹਾਦਰ ਜੀ ਸ਼ੀਸ਼ ਕਟਾ ਰਹੇ ਨੇ, 10ਵੇਂ ਪਾਤਸ਼ਾਹ ਦੇ ਸਾਰੇ ਪਰਿਵਾਰ ਨੂੰ ਹੀ ਸ਼ਹੀਦੀਆਂ ਪਾਣੀਆਂ ਪਈਆਂ ਨੇ। ਇੰਨਾ ਕੁਛ ਤੇ ਅਸੀਂ ਗੁਰੂ ਦੇ ਹੁਕਮ ਨੂੰ ਵੀ ਨਾ ਮੰਨੀਏ। ਇੱਕੋ ਹੀ ਗੱਲ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਜੇ ਉਹਨਾਂ ਦੇ ਕੀਤੇ ਨੂੰ ਹੀ ਕੋਈ ਨਾ ਜਾਣੇ, ਕੋਈ ਵੀ ਜਿਹੜਾ ਨਹੀਂ ਜਾਣਦਾ ਉਹਨਾਂ ਦੀ ਗੱਲ ਹੈ, ਉਸ ਤੋਂ ਮਾੜਾ ਬੰਦਾ ਕੌਣ ਹੋ ਸਕਦਾ ਹੈ। ਇਸ ਤੋਂ ਅੱਗੇ ਜੇ ਅਸੀਂ ਪਰਿਵਾਰਾਂ ਦੀ ਗੱਲ ਕਰੀਏ, ਪਰਿਵਾਰਾਂ ਦੇ ਅੰਦਰ ਮਾਂ-ਬਾਪ ਨੇ ਬੱਚਿਆਂ ਵਾਸਤੇ ਕਿੰਨਾ ਕੁਛ ਕਰਦੇ ਨੇ, ਤੇ ਕਈ ਵਾਰ ਬੱਚੇ ਕਹਿ ਦਿੰਦੇ ਨੇ ਵੀ ਤੂੰ ਸਾਡੇ ਵਾਸਤੇ ਕੀ ਕੀਤਾ ਹੈ। ਇਸ ਤੋਂ ਵੱਡੀ ਕਿਰਤ ਘਣਤਾ ਕੀ ਹੋ ਸਕਦੀ ਹੈ। ਯਾਨੀ ਅਸੀਂ ਜਦੋਂ ਕਿਸੇ ਦੇ ਕੀਤੇ ਹੋਏ ਚੰਗਿਆਈ ਦਾ ਬਦਲਾ ਚੁਕਾਉਣ ਦੀ ਗੱਲ ਨਹੀਂ, ਤੇ ਉਹਨੂੰ ਜਾਣਨਾ, ਉਹਦੀ ਮਾਣ ਸਤਿਕਾਰ ਕਰਨਾ, ਉਹਦੇ ਪਿੱਛੇ ਭਾਵਨਾਵਾਂ ਨੂੰ ਸਮਝਣਾ। ਜਦੋਂ ਬੰਦਾ ਐਸਾ ਨਹੀਂ ਕਰਦਾ ਤਾਂ ਉਹ ਬੰਦਾ ਦੁਨੀਆ ਦਾ ਸਭ ਤੋਂ ਮਾੜਾ ਬੰਦਾ ਹੁੰਦਾ ਹੈ। ਚਾਹੇ ਉਹ ਮੈਂ ਹਾਂ, ਤੁਸੀਂ ਹੋ, ਜਾਂ ਕੋਈ ਥਰਡ ਪਰਸਨ ਹੈ, ਤਾਂ ਉਹ ਅਕਿਰਤ ਘਣ ਹੈ, ਜਿਹੜਾ ਪ੍ਰਭੂ ਦੇ ਕੀਤੇ ਨੂੰ ਨਹੀਂ ਜਾਣਦਾ, ਜਿਹੜਾ ਕਿਸੇ ਦੇ ਕੀਤੇ ਨੂੰ ਨਹੀਂ ਜਾਣਦਾ। ਬਾਣੀ ਵਿੱਚ ਇੱਕ ਤੁਕ ਆਉਂਦੀ ਹੈ ਨਾ, ਦਿੱਤੇ ਥਾਵੋਂ ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ, ਸੁਰਤ ਮਤ ਚਤੁਰਾਈ ਤਾਕੀ ਕਿਆ ਕਰ ਆਖੋ ਖਾਣੀ। ਦੇਂਦੇ ਥਾਵੋਂ ਦਿੱਤਾ ਚੰਗਾ, ਕਿ ਦੇਣ ਵਾਲੇ ਨਾਲੋਂ ਦਿੱਤੀ ਹੋਈ ਚੀਜ਼ ਚੰਗੀ ਹੈ। ਮੰਨ ਲਓ ਇਹ ਫੋਨ ਹੈ, ਮੈਨੂੰ ਗਿਫਟ ਦਿੱਤਾ ਹੈ ਕਿਸੇ ਨੇ ਸਪੋਜ਼, ਤੇ ਮੈਨੂੰ ਇਹ ਫੋਨ ਤੇ ਬੜਾ ਚੰਗਾ ਲੱਗੇ, ਪਰ ਜਿਸ ਨੇ ਮੈਨੂੰ ਇਹ ਗਿਫਟ ਕੀਤਾ ਹੈ ਉਹਨੂੰ ਮੈਂ ਬਿਲਕੁਲ ਵੀ ਨਾ ਸਮਝਾਂ, ਉਹਦੀ ਮੈਂ ਕਦਰ ਹੀ ਨਾ ਕਰਾਂ, ਉਹਨੂੰ ਬੁਲਾਵਾਂ ਹੀ ਨਾ, ਉਹਦੇ ਨਾਲ ਸੰਬੰਧ ਹੀ ਤੋੜ ਲਵਾਂ, ਤਾਂ ਇਹਨੂੰ ਮਨਮੁਖਤਾ ਕਹਿੰਦੇ ਨੇ। ਇਹਦੇ ਵਿੱਚ ਮੇਰੀ ਕਿਹੜੀ ਸਿਆਣਪ, ਕਿਹੜੀ ਚਤੁਰਾਈ, ਕਿਹੜਾ ਮੇਰਾ ਗੁਣ ਬਿਆਨ ਕਰੋਗੇ ਕਿ ਕੋਈ ਬੰਦਾ ਇੰਨੇ ਪ੍ਰੇਮ ਦੇ ਨਾਲ ਗਿਫਟ ਦੇਵੇ ਤੇ ਉਸ ਗਿਫਟ ਨੂੰ ਤੇ ਮੈਂ ਚਿੰਬੜ ਜਾਵਾਂ, ਤੇ ਉਸ ਬੰਦੇ ਨੂੰ ਮੈਂ ਚਾਹ ਵੀ ਨਾ ਪੁੱਛਾਂ, ਪਾਣੀ ਵੀ ਨਾ ਪੁੱਛਾਂ, ਉਹਦੇ ਨਾਲ ਕਦੇ ਬੋਲਾਂ ਵੀ ਨਾ, ਤਾਂ ਮੇਰੀ ਚਤੁਰਾਈ, ਮੇਰੀ ਸਿਆਣਪ ਕੀ ਉਹਦੇ ਵਿੱਚ ਵਡਿਆਈ ਵਾਲੀ ਗੱਲ ਹੈ। ਪ੍ਰਭੂ ਨੇ ਦਾਤਾਂ ਦਿੱਤੀਆਂ, ਬੰਦਾ ਦਾਤਾਂ ਦੇ ਨਾਲ ਤੇ ਜੁੜ ਗਿਆ, ਪਰ ਉਹਦੇ ਗੁਣਾਂ ਨੂੰ ਵਿਸਾਰ ਦਿੱਤਾ, ਤਾਂ ਇਹਦੇ ਵਿੱਚ ਕਿਹੜੀ ਸਿਆਣਪ ਹੈ। ਹੁਣ ਘਰ ਪਰਿਵਾਰ ਵਿੱਚ ਇਹਨੂੰ ਲੈ ਕੇ ਦੇਖੋ, ਇਹਨਾਂ ਚੀਜ਼ਾਂ ਨੂੰ। ਦਾਦੀ ਆਪਣੇ ਪੋਤਰੀ ਪੁੱਤਰਿਆਂ ਨਾਲ ਬਹੁਤ ਪਿਆਰ ਕਰਦੀ ਹੈ, ਉਹਨੂੰ ਕਰਨਾ ਚਾਹੀਦਾ ਹੈ, ਉਹਦਾ ਹੱਕ ਵੀ ਹੈ, ਉਹਦਾ ਫਰਜ਼ ਵੀ ਹੈ। ਲੇਕਿਨ ਜਿਸ ਨੂੰਹ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ, ਉਸ ਨੂੰਹ ਨੂੰ ਵੇਖ ਕੇ ਰਾਜੀ ਨਹੀਂ। ਇਹਨੂੰ ਕਹਿੰਦੇ ਨੇ ਦੇਂਦੇ ਥਾਵੋਂ ਦਿੱਤਾ ਚੰਗਾ। ਤੇ ਨੂੰਹ ਹੈ, ਆਪਣੇ ਪਤੀ ਨਾਲ ਬੜਾ ਪਿਆਰ ਕਰਦੀ ਹੈ, ਰੈਸਟੋਰੈਂਟਾਂ ਵਿੱਚ ਉਹਦੇ ਨਾਲ ਘੁੰਮਣਾ ਫਿਰਨਾ ਚਾਹੁੰਦੀ, ਉਹਦਾ ਹੱਕ ਵੀ ਹੈ, ਫਰਜ਼ ਵੀ ਹੈ, ਚਾਹੀਦਾ ਵੀ ਹੈ। ਲੇਕਿਨ ਜਿਸ ਸੱਸ ਨੇ ਪਤੀ ਨੂੰ ਜਨਮ ਦਿੱਤਾ ਹੈ, ਉਹਨੂੰ ਬੁਲਾ ਕੇ ਵੀ ਰਾਜੀ ਨਹੀਂ, ਉਹਨੂੰ ਕਾਣੀ ਅੱਖੇ ਵੇਖ ਕੇ ਰਾਜੀ ਨਹੀਂ, ਤਾਂ ਉਹਨੂੰ ਕਿੰਨੀ ਕੁ ਸਿਆਣੀ ਤੁਸੀਂ ਕਹਿ ਸਕਦੇ ਹੋ। ਇਹ ਗੱਲ ਹਰ ਬੰਦੇ ਤੇ ਲਾਗੂ ਹੁੰਦੀ। ਕੀਆ ਨਾ ਜਾਣੈ ਅਕਿਰਤ ਕਣ, ਜੋ ਅਕਿਰਤ ਕਣ ਮਨੁੱਖ ਹੈ ਉਹ ਪ੍ਰਭੂ ਦੇ ਪਰਉਪਕਾਰ ਨੂੰ, ਕਿਸੇ ਦੇ ਕੀਤੇ ਨੂੰ ਜਾਣਦਾ ਨਹੀਂ। ਵਿੱਚ ਜੋਨੀ ਫਿਰਤੇ, ਤੇ ਐਸੇ ਜੋ ਅਕਿਰਤ ਕਣ ਨੇ, ਜੋਨੀ ਦਾ ਮਤਲਬ ਪਸ਼ੂ ਬਿਰਤੀਆਂ ਦੇ ਵਿੱਚ ਉਹ ਫਿਰਦੇ ਰਹਿੰਦੇ, ਪਸ਼ੂਆਂ ਵਾਲੀ ਜ਼ਿੰਦਗੀ ਜੀਂਦੇ ਨੇ, ਪਸ਼ੂਆਂ ਵਾਲੇ ਸੁਭਾਅ ਵਿੱਚ ਜੀਂਦੇ ਨੇ, ਇਨਸਾਨੀਅਤ ਵਾਲਾ ਸੁਭਾਅ ਹੁੰਦਾ ਹੀ ਨਹੀਂ। ਕਿਤੇ ਲੋਭ ਲਾਲਚ ਕੁੱਤੇ ਵਾਲੀ ਬਿਰਤੀ, ਕਿਤੇ ਹੰਕਾਰ ਕਰਕੇ ਹਾਥੀ ਵਾਲੀ ਬਿਰਤੀ, ਉਹ ਇਹਨਾਂ ਜੂਨੀਆਂ ਦੇ ਸੁਭਾਅ ਦੇ ਅੰਦਰ ਵਿਚਰਦੇ ਰਹਿੰਦੇ ਨੇ, ਇਨਸਾਨੀਅਤ ਤੋਂ ਦੂਰ ਚਲੇ ਜਾਣੇ ਨੇ। ਉਸੇ ਨੂੰ ਗੁਰੂ ਜੀ ਨੇ ਕਿਹਾ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ, ਸਭੇ ਧਿਰਾਂ ਨਿਖੁੱਟੀਅਸ ਹਿਰ ਲਈਐਸ ਧਰ ਤੇ। ਧਰ ਦਾ ਮਤਲਬ ਹੈ ਆਸਰਾ, ਤੇ ਧਿਰਾਂ ਦਾ ਮਤਲਬ ਵੀ ਆਸਰਾ ਹੁੰਦਾ ਹੈ, ਕਿ ਫਲਾਂ ਬੰਦਾ ਸਾਡੀ ਧਿਰ ਹੈ, ਆਸਰਾ ਹੈ। ਹਿਰ ਦਾ ਮਤਲਬ ਚੁਰਾ ਲਈ, ਖਤਮ ਕਰ ਲਈ, ਤਾਂ ਹਿਰ ਲਈ ਇਸ ਧਰ ਤੇ, ਹਿਰ ਦਾ ਮਤਲਬ ਗਵਾ ਲਈ, ਧਰ ਤੇ ਦਾ ਮਤਲਬ ਪ੍ਰਭੂ ਦਾ ਆਸਰਾ। ਜਿਹਨੇ ਰੱਬ ਦਾ ਆਸਰਾ ਗਵਾ ਲਿਆ, ਸੱਚ ਦਾ ਆਸਰਾ ਗਵਾ ਲਿਆ, ਜਿਹਦੀ ਸੁਰਤ ਨੂੰ ਸੱਚ ਦਾ ਆਸਰਾ ਨਹੀਂ, ਜੋ ਸੱਚ ਨਾਲੋਂ, ਰੱਬੀ ਗੁਣਾਂ ਨਾਲੋਂ, ਬਾਣੀ ਨਾਲੋਂ ਟੁੱਟ ਗਿਆ, ਸਭੇ ਧਿਰਾਂ ਨਿਖੁੱਟੀਆਂ, ਉਹਦੇ ਸਾਰੇ ਹੀ ਆਸਰੇ ਖਤਮ ਹੋ ਜਾਂਦੇ ਨੇ, ਉਹਦੇ ਸਾਰੇ ਆਸਰੇ ਖਤਮ ਹੋ ਜਾਂਦੇ ਨੇ। ਯਾਨੀ ਕੋਈ ਵੀ ਆਸਰਾ ਉਹਨੂੰ ਫਿਰ ਧੀਰਜ ਨਹੀਂ ਦੇ ਸਕਦਾ, ਕਿ ਕਿਵੇਂ ਉਹ ਧੀਰਜ ਧਰੇ, ਕਿਵੇਂ ਉਹ ਸੁਖੀ ਹੋਏ। ਜਿਸ ਬੰਦੇ ਨੇ ਰੱਬ ਨਾਲੋਂ ਆਪਣਾ ਨਾਤਾ ਤੋੜ ਲਿਆ, ਸਚਾਈ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਰੱਬੀ ਗੁਣ ਨੇ ਇਹਨਾਂ ਨਾਲੋਂ ਨਾਤਾ ਤੋੜ ਲਿਆ, ਤਾਂ ਹੁਣ ਉਹ ਕਿਹਦੇ ਸਹਾਰੇ ਥਿਰ ਰਹਿ ਸਕਦਾ ਹੈ, ਸੁਖੀ ਰਹਿ ਸਕਦਾ ਹੈ।
ਇਹੋ ਹੀ ਤਾਂ ਸੁਖੀ ਰਹਿਣ ਵਾਲਾ ਤਾਂ ਧਿਰ ਸੀ, ਇਹੋ ਹੀ ਤਾਂ ਸੁਖੀ ਰਹਿਣ ਵਾਲਾ ਆਸਰਾ ਸੀ। ਸੱਚਾਈ, ਦਇਆ, ਧਰਮ, ਧੀਰਜ, ਪਿਆਰ, ਮੁਹੱਬਤ, ਇਨਸਾਨੀਅਤ, ਇਹਨਾਂ ਗੁਣਾਂ ਨਾਲ ਹੀ ਤੇ ਸੁਖੀ ਰਹਿਣਾ ਸੀ। ਤੇ ਇਹ ਗਵਾ ਬੈਠਾ, ਸਭੇ ਧਿਰਾਂ ਨੇ ਖੁੱਟੀਆਂ ਸੋਧੀਆਂ, ਬਾਕੀ ਆਸਰੇ ਵੀ ਖਤਮ ਹੋ ਜਾਂਦੇ ਨੇ। ਕਾਮ ਕ੍ਰੋਧ ਆਦਿ ਨੂੰ ਸੁੱਖ ਦੇਣ ਵਿੱਚ ਕੋਈ ਆਸਰਾ ਕਰਦੇ ਹੀ ਨਹੀਂ। ਕੋਈ ਦੇਵੀ, ਕੋਈ ਦੇਵਤਾ, ਕੋਈ ਪੀਰ, ਕੋਈ ਮੜੀ, ਕੋਈ ਮਸਾਨ, ਕੋਈ ਵਰਤ, ਕੋਈ ਨਰਾਤਾ, ਕੋਈ ਸਰਾਧ ਉਹਨੂੰ ਆਸਰਾ ਨਹੀਂ ਦੇ ਸਕਦਾ ਕਿ ਉਹਨੂੰ ਸੁਖੀ ਕਰ ਸਕੇ। ਜਿਹੜਾ ਰੱਬ ਨਾਲੋਂ ਟੁੱਟ ਗਿਆ, ਰੱਬੀ ਗੁਣਾਂ ਨਾਲੋਂ ਟੁੱਟ ਗਿਆ, ਉਹਦੇ ਬਾਕੀ ਵੀ ਸਾਰੇ ਆਸਰੇ ਪਰਨੇ ਖਤਮ ਹੋ ਜਾਂਦੇ ਨੇ। ਵਿਝਣ ਕਲਹਿ ਨਾ ਦੇਵਦਾ ਤਾਂ ਲਿਆ ਕਰਤੇ। ਵਿਝਣ ਦਾ ਮਤਲਬ ਹੈ ਮੁੱਕਣ ਦੇਣਾ। ਵਿਝਣ ਕਲਹਿ ਨਾ ਦੇਵਦਾ ਕਿ ਉਹ ਕਦੇ ਝਗੜੇ ਨੂੰ ਨਹੀਂ ਖਤਮ ਹੋਣ ਦਿੰਦਾ। ਵਿਝਣ ਦਾ ਮਤਲਬ ਖਤਮ ਹੋਣਾ, ਕਲਹਿ ਦਾ ਮਤਲਬ ਕਲ ਕਲੇਸ਼, ਕਿ ਉਹ ਜੋ ਹੈ ਕਲ ਕਲੇਸ਼ ਨੂੰ ਖਤਮ ਨਹੀਂ ਹੋਣ ਦਿੰਦਾ। ਤਾਂ ਲਿਆ ਕਰਤੇ, ਤਾਂ ਉਹਨੂੰ ਰੱਬ ਨੇ ਮਾਰ ਦਿੱਤਾ ਹੈ। ਮਾਰਨ ਦਾ ਮਤਲਬ ਇਹ ਨਹੀਂ ਕਿ ਉਹਦੀ ਸਰੀਰਕ ਮੌਤ ਹੋ ਜਾਂਦੀ ਹੈ, ਮਾਰਨ ਦਾ ਮਤਲਬ ਹੈ ਕਿਉਂਕਿ ਉਹਦੀ ਆਤਮਿਕ ਮੌਤ ਹੋ ਜਾਂਦੀ ਹੈ। ਜਦੋਂ ਚਾਰੇ ਬੰਨੇ ਝਗੜੇ ਨੂੰ ਅਕਿਰਤ ਕਣ ਖਤਮ ਹੀ ਨਹੀਂ ਹੋਣ ਦਿੰਦਾ, ਹਰ ਵਕਤ ਝਗੜੇ, ਝਾਂਜੇ, ਵਿਕਾਰ, ਪਾਪ, ਅਪਰਾਧ, ਤਾਂ ਕਰਤੇ ਨੇ ਉਹਨੂੰ ਆਤਮਿਕ ਮੌਤ ਦੇ ਦਿੱਤੀ। ਐਸੇ ਇਨਸਾਨ ਦੇ ਅੰਦਰੋਂ ਇਨਸਾਨੀਅਤ ਸਦਾ ਸਦਾ ਵਾਸਤੇ ਖਤਮ ਹੋ ਜਾਂਦੀ ਹੈ। ਉਹ ਬੰਦਾ ਆਤਮਿਕ ਮੌਤੇ ਮਰ ਜਾਂਦਾ ਹੈ ਔਰ ਉਹਦੇ ਅੰਦਰ ਪਸ਼ੂ ਬਿਰਤੀਆਂ ਪੈਦਾ ਹੁੰਦੀਆਂ। ਜੋ ਜੋ ਕਰਤੇ ਅਹੰ ਮਿਓ ਝੜ ਧਰਤੀ ਪੜਤੇ। ਅਹੰ ਮਿਓ ਦਾ ਮਤਲਬ ਅਹੰਕਾਰ। ਜੋ ਜੋ ਇਨਸਾਨ ਅਹੰਕਾਰ ਕਰਦੇ ਨੇ ਉਹ ਢਹਿ ਕੇ ਭੂਮੀ ਤੇ ਡਿੱਗਦੇ ਨੇ। ਜਿਵੇਂ ਕੋਈ ਪੱਤਾ ਸੁੱਕ ਕੇ ਰੁੱਖ ਦੇ ਨਾਲੋਂ ਝੜ ਕੇ ਥੱਲੇ ਜ਼ਮੀਨ ਤੇ ਡਿੱਗ ਪੈਂਦੇ ਨੇ, ਇਸੇ ਤਰ੍ਹਾਂ ਜੋ ਜੋ ਮਨੁੱਖ ਅਹੰਕਾਰ ਕਰਦੇ ਨੇ ਆਖਿਰ ਉਹ ਢਹਿ ਪੈਂਦੇ ਨੇ। ਜਿਵੇਂ ਆਮ ਕਹਾਵਤ ਨਾ ਪੰਜਾਬੀ ਦੀ, ਹੰਕਾਰਿਆ ਸੋ ਮਾਰਿਆ। ਉਹ ਝੜ ਪੈਂਦੇ ਨੇ। ਝੜ ਪੈਣ ਦਾ ਮਤਲਬ ਨੀਵੇਂ ਡਿੱਗ ਪੈਂਦੇ ਨੇ। ਮੀਨਸ ਕਿ ਉਹਨਾਂ ਦਾ ਆਤਮਿਕ ਵਿਕਾਸ ਨਹੀਂ ਹੁੰਦਾ, ਉਹਨਾਂ ਦੇ ਅੰਦਰ ਚੰਗਾ ਕੋਈ ਗੁਣ ਪ੍ਰਫੁੱਲਤ ਨਹੀਂ ਹੁੰਦਾ ਕਿ ਉਹ ਪਰਉਪਕਾਰ ਦਾ ਕੋਈ ਕੰਮ ਕਰ ਜਾਣ, ਉਹ ਸਮਾਜ ਦੇ ਭਲੇ ਵਾਸਤੇ ਕੋਈ ਚੰਗਾ ਕਾਰਜ ਕਰ ਜਾਣ, ਜਾਂ ਕਿ ਉਹ ਇਨਸਾਨੀਅਤ ਵਾਸਤੇ ਕੋਈ ਚੰਗਾ ਕਾਰਜ ਕਰ ਜਾਣ। ਐਸਾ ਉਹ ਕੁਛ ਨਹੀਂ ਕਰਦੇ, ਸਗੋਂ ਉਹ ਵਿਕਾਰਾਂ ਦੇ ਅੰਦਰ, ਦੁੱਖਾਂ ਦੇ ਅੰਦਰ ਢਹਿ ਪੈਂਦੇ ਨੇ ਜਿਹੜੇ ਲੋਕ ਅਹੰਕਾਰ ਕਰਦੇ। ਸ਼ਲੋਕ ਮਹਿਲਾ ਤੀਜਾ। ਗੁਰਮੁਖ ਗਿਆਨ ਵਿਵੇਕ ਬੁੱਧ ਹੋਏ। ਗੁਰਮੁਖ ਦਾ ਮਤਲਬ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ, ਤੇ ਵਿਵੇਕ ਦਾ ਮਤਲਬ ਹੈ ਪਰਖ, ਸੱਚ ਔਰ ਝੂਠ ਦੀ ਪਰਖ ਕਰ ਲੈਣੀ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿੰਦਾ ਹੈ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ, ਮੀਨਸ ਗੁਰੂ ਦੇ ਗਿਆਨ ਅਨੁਸਾਰ ਜ਼ਿੰਦਗੀ ਜੀਂਦਾ ਹੈ, ਉਸ ਵਿੱਚ ਗਿਆਨ ਔਰ ਵਿਚਾਰ ਵਾਲੀ ਅਕਲ ਹੁੰਦੀ ਹੈ। ਬੁੱਧ ਦਾ ਮਤਲਬ ਅਕਲ, ਗਿਆਨ ਵਾਲੀ ਔਰ ਵਿਚਾਰ ਵਾਲੀ ਅਕਲ ਹੁੰਦੀ ਹੈ। ਉਹਦੇ ਅੰਦਰ ਚੰਗੇ ਵਿਚਾਰ ਪੈਦਾ ਹੁੰਦੇ ਨੇ, ਉਹ ਚੰਗੇ ਵਿਚਾਰ ਕਰਦਾ ਹੈ, ਔਰ ਉਹਦੇ ਅੰਦਰ ਗਿਆਨ ਹੁੰਦਾ ਹੈ, ਉਹ ਗਿਆਨ ਦਾ ਸਹੀ ਯੂਜ਼ ਕਰਦਾ ਹੈ, ਭਾਵ ਕਿ ਉਹ ਸਹੀ ਫੈਸਲੇ ਲੈਂਦਾ ਹੈ। ਤਾਂ ਸਾਡੇ ਅੰਦਰ ਵੀ ਵਿਚਾਰ ਔਰ ਗਿਆਨ ਪੈਦਾ ਹੋ ਸਕਦਾ ਹੈ ਜੇ ਅਸੀਂ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਵੀਏ। ਹਰ ਗੁਣ ਗਾਵੇ ਹਿਰਦੈ ਹਾਰ ਪਰੋਏ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਸਤਿਗੁਰ ਦੇ ਸਨਮੁਖ ਰਹਿੰਦਾ ਹੈ ਉਹ ਹਮੇਸ਼ਾ ਹਰੀ ਦੇ ਗੁਣ ਗਾਉਂਦਾ ਹੈ। ਗੁਣ ਗਾਉਣ ਦਾ ਮਤਲਬ ਕਿ ਮਨ, ਬਚਨ ਔਰ ਕਰਮ ਕਰਕੇ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਇੰਪਲੀਮੈਂਟ ਕਰਦਾ ਹੈ। ਹਾਰ ਪਰੋਏ ਦਾ ਮਤਲਬ ਉਹ ਗੁਣਾਂ ਦਾ ਹਾਰ ਪਰੋ ਕੇ, ਜਿਵੇਂ ਕੋਈ ਕੀਮਤੀ ਹਾਰ ਹੁੰਦਾ ਨਾ, ਲੋਕ ਗਹਿਣੇ ਜੋ ਲੋਕ ਵਰਤਦੇ ਨੇ, ਕੀਮਤੀ ਹਾਰ ਨੇ ਹੀਰਿਆਂ ਵਗੈਰਾ ਦੇ, ਕਿਵੇਂ ਲੋਕ ਪਾ ਕੇ ਰੱਖਦੇ ਨੇ, ਤੇ ਉਸ ਹੀਰਿਆਂ ਦੇ ਹਾਰ ਨੂੰ ਕੋਈ ਸੁੱਟਦਾ ਨਹੀਂ, ਗਲੇ ਨਾਲ ਲਾ ਕੇ ਰੱਖਦਾ ਨਾ। ਇਸੇ ਤਰ੍ਹਾਂ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਬੰਦਾ ਹੈ, ਇਨਸਾਨ ਹੈ, ਇਸਤਰੀ ਪੁਰਸ਼ ਕੋਈ ਵੀ, ਉਹ ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ ਔਰ ਰੱਬੀ ਗੁਣਾਂ ਦੇ ਹਾਰ ਨੂੰ ਆਪਣੇ ਸੀਨੇ ਵਿੱਚ, ਆਪਣੀ ਸੋਚ ਦੇ ਅੰਦਰ ਹਮੇਸ਼ਾ ਪਰੋ ਕੇ ਰੱਖਦਾ ਹੈ। ਪਤਿਤ ਪਾਵਨ ਪਰਮ ਵਿਚਾਰੀ। ਪਤਿਤ ਪਾਵਨ, ਪਾਵਨ ਦਾ ਮਤਲਬ ਪਵਿੱਤਰ, ਪਵਿੱਤ ਪਾਵਨ, ਸੌਰੀ ਪਤਿਤ ਮੈਂ ਪੜ ਗਿਆ, ਪਵਿੱਤ ਪਾਵਨ, ਪਤਿਤ ਨਹੀਂ ਪਵਿੱਤ। ਪਵਿੱਤ ਪਾਵਨ ਪਰਮ ਵਿਚਾਰੀ। ਪਾਵਨ ਦਾ ਮਤਲਬ ਪਵਿੱਤਰ, ਪਵਿੱਤ ਪਾਵਨ ਦਾ ਮਤਲਬ ਕਿ ਆਚਰਨ ਦਾ ਬੜਾ ਪਵਿੱਤਰ ਹੁੰਦਾ ਹੈ ਉਹ ਬੰਦਾ, ਜਿਹੜਾ
ਗੁਰੂ ਦੇ ਦੱਸੇ ਰਾਹਾਂ ਤੇ ਤੁਰੇਗਾ ਨਾ, ਉਹ ਆਚਰਣ ਦਾ ਪਵਿੱਤਰ ਹੋਏਗਾ। ਉਹ ਹਰ ਧੀ ਭੈਣ ਨੂੰ ਆਪਣੀ ਧੀ ਭੈਣ ਸਮਝੇਗਾ, ਕਰੈਕਟਰ ਦਾ ਚੰਗਾ ਹੋਏਗਾ, ਉਹਦੀ ਸੋਚ ਮਹਾਨ ਹੋਏਗੀ। ਪਰਮ ਵਿਚਾਰੀ ਦਾ ਮਤਲਬ ਉਹ ਉੱਚੀ ਮੱਤ ਵਾਲਾ ਹੋਏਗਾ। ਪਰਮ ਦਾ ਮਤਲਬ ਉੱਚੀ, ਵਿਚਾਰੀ ਦਾ ਮਤਲਬ ਵਿਚਾਰਵਾਨ, ਉੱਚੀ ਸਮਝ ਵਾਲਾ ਹੋਵੇਗਾ। ਉਹਦੀ ਸੋਚ ਬੜੀ ਵਿਸ਼ਾਲ ਹੋਵੇਗੀ, ਉਹਦਾ ਆਚਰਣ ਬੜਾ ਉੱਚਾ ਹੋਵੇਗਾ। ਤੇ ਅੱਜ ਇਸ ਦੁਨੀਆ ਦੇ ਅੰਦਰ ਐਸੇ ਲੋਕਾਂ ਦੀ ਲੋੜ ਹੈ ਜਿਨ੍ਹਾਂ ਦਾ ਆਚਰਣ ਚੰਗਾ ਹੋਵੇ ਔਰ ਜਿਨ੍ਹਾਂ ਦੀ ਸੋਚ ਮਹਾਨ ਹੋਵੇ। ਤਾਂ ਗੁਰਬਾਣੀ ਜੋ ਹੈ ਉੱਚੀ ਸੋਚ ਵਾਲੇ ਔਰ ਉੱਚੇ ਆਚਰਣ ਵਾਲੇ ਮਨੁੱਖ ਪੈਦਾ ਕਰਨ ਦੀ क्षमता ਰੱਖਦੀ ਹੈ, ਔਰ ਇਹੀ ਗੁਰੂ ਸਾਹਿਬ ਜੀ ਦੀ ਭਾਵਨਾ ਹੈ। ਜੇ ਉਸ ਮਿਲੇ ਤਿਸ ਪਾਰ ਉਤਾਰੀ, ਇਹਨੂੰ ਉਸ ਨਹੀਂ ਪੜਨਾ, ਉਸ ਥੋੜਾ ਲੰਬਾ ਕਰਕੇ, ਕਿਉਂਕਿ ਊੜੇ ਦਾ ਮੂੰਹ ਖੁੱਲਾ ਹੈ। ਜੇ ਉਸ ਮਿਲੇ ਤਿਸ ਪਾਰ ਉਤਾਰੀ, ਜੋ ਉਸ ਮਨੁੱਖ ਦੀ ਸੰਗਤ ਕਰਦਾ ਹੈ, ਜਿਹੜਾ ਉੱਚੇ ਜੀਵਨ ਵਾਲਾ ਹੈ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਚੰਗੇ ਆਚਰਨ ਵਾਲਾ ਹੈ, ਸ਼ੁਭ ਗੁਣਾਂ ਦਾ ਧਾਰਨੀ ਹੈ, ਜਿਹੜਾ ਬੰਦਾ ਉਹਦੇ ਨਾਲ ਮਿਲੇਗਾ, ਯਾਨੀ ਉਸ ਤਰ੍ਹਾਂ ਦਾ ਜ਼ਿੰਦਗੀ ਜੋ ਜੀਵੇਗਾ ਉਹਦੇ ਨਾਲ ਮਿਲ ਕੇ, ਇਸ ਪਾਰ ਉਤਾਰੀ, ਉਹਦਾ ਵੀ ਪਾਰ ਉਤਾਰਾ ਕਰ ਦੇਵੇਗਾ, ਉਹਨੂੰ ਵੀ ਉਹ ਪਾਰ ਉਤਾਰ ਦੇਵੇਗਾ, ਕਿਉਂਕਿ ਉਹਦਾ ਆਪਣਾ ਤਜਰਬਾ ਹੈ। ਉਹਨੂੰ ਸਮਝ ਹੈ ਕਿ ਮੈਂ ਕਿਵੇਂ ਗੁਰੂ ਦੇ ਦੱਸੇ ਰਾਹ ਤੇ ਤੁਰਿਆ ਹਾਂ, ਤਾਂ ਉਹ ਦੂਜੇ ਨੂੰ ਵੀ ਗਾਈਡ ਕਰੇਗਾ ਕਿ ਪਿਆਰਿਆ ਤੂੰ ਗੁਰੂ ਦੀ ਪਾਵਨ ਬਾਣੀ ਆਪ ਪੜ, ਗੁਰੂ ਜੀ ਸਾਨੂੰ ਇਹ ਰਸਤਾ ਦੱਸਦੇ ਨੇ, ਆ ਦੋਵੇਂ ਮਿਲ ਕੇ ਇਸ ਰਾਹ ਦੇ ਉੱਤੇ ਤੁਰਦੇ ਆ, ਉਹਦਾ ਵੀ ਪਾਰ ਉਤਾਰਾ ਹੋ ਜਾਏਗਾ। ਇਸ ਲਈ ਸਾਨੂੰ ਐਸੇ ਇਨਸਾਨਾਂ ਦੀ ਸੰਗਤ ਕਰਨੀ ਚਾਹੀਦੀ ਹੈ ਜਿਹੜੇ ਲੋਕ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਏ। ਅੰਤਰ ਹਰ ਨਾਮ ਬਾਸਨਾ ਸਮਾਣੀ, ਬਾਸਨਾ ਦਾ ਮਤਲਬ ਸੁਗੰਧ, ਸਮਾਣੀ ਦਾ ਮਤਲਬ ਸਮਾ ਜਾਂਦੀ ਹੈ, ਹਰ ਨਾਮ ਦਾ ਮਤਲਬ ਜੋ ਰੱਬੀ ਗੁਣ ਨੇ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਜੋ ਮਨੁੱਖ ਹੈ ਨਾ, ਉਹਦੇ ਅੰਦਰ ਰੱਬੀ ਗੁਣਾਂ ਦੀ ਸੁਗੰਧ ਪੈਦਾ ਹੋ ਜਾਂਦੀ, ਰੱਬੀ ਗੁਣਾਂ ਦੀ ਖੁਸ਼ਬੂ ਉਹਦੇ ਅੰਦਰ ਸਮਾਈ ਹੁੰਦੀ ਹੈ। ਜਿਵੇਂ ਗੁਲਾਬ ਦੇ ਫੁੱਲ ਦੇ ਅੰਦਰ ਸੁਗੰਧ ਹੈ ਨਾ, ਜਿਹੜਾ ਵੀ ਨਜ਼ਦੀਕ ਜਾਏਗਾ ਉਹਨੂੰ ਸੁਗੰਧ ਆਏਗੀ, ਕਿਉਂਕਿ ਉਹਦੇ ਕੋਲ ਹੈ ਹੀ ਸੁਗੰਧ, ਉਹ ਸੁਗੰਧ ਬਿਖੇਰ ਰਿਹਾ ਹੈ, ਲੋਕ ਆਪ ਖਿੱਚੇ ਹੁੰਦੇ ਨੇ। ਇਸੇ ਤਰ੍ਹਾਂ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਉਹਦੇ ਅੰਦਰੋਂ ਗੁਣਾਂ ਦੀ ਸੁਗੰਧ ਆਏਗੀ ਹਮੇਸ਼ਾ, ਸੱਚ ਦੀ, ਸੰਤੋਖ ਦੀ, ਦਇਆ ਦੀ, ਉਹਦੇ ਵਿਹਾਰ ਦੇ ਵਿੱਚੋਂ ਇਹ ਚੀਜ਼ਾਂ ਦਿਸਣਗੀਆਂ ਤੇ ਲੋਕ ਉਹਦੇ ਵੱਲ ਆਟੋਮੈਟਿਕਲੀ ਖਿੱਚੇ ਹੋਣਗੇ। ਉਹਦੇ ਅੰਦਰ ਬਦਬੂ ਨਹੀਂ ਹੈ ਵਿਕਾਰਾਂ ਦੀ, ਗੁਲਾਬ ਦੇ ਫੁੱਲ ਚੋਂ ਕਦੇ ਬਦਬੂ ਨਹੀਂ ਆਉਂਦੀ, ਹਮੇਸ਼ਾ ਸੁਗੰਧ ਹੈ। ਇਸੇ ਤਰ੍ਹਾਂ ਜੋ ਰੱਬੀ ਗੁਣਾਂ ਦਾ ਧਾਰਨੀ ਹੈ ਨਾ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ, ਉਸ ਮਨੁੱਖ ਦੇ ਅੰਦਰ ਈਰਖਾ, ਦਵੈਸ਼, ਵੈਰ ਵਿਰੋਧ ਦੀ ਬਦਬੂ ਨਹੀਂ ਹੈ, ਉਹਦੇ ਅੰਦਰ ਹਮੇਸ਼ਾ ਸ਼ੁਭ ਗੁਣਾਂ ਦੀ ਸੁਗੰਧ ਹੈ। ਹਰ ਦਰ ਸ਼ੋਭਾ ਮਹਾ ਉੱਤਮ ਬਾਣੀ, ਐਸੇ ਇਨਸਾਨ ਨੂੰ ਫਿਰ ਰੱਬ ਦੇ ਦਰ ਤੇ ਮਾਣ ਮਿਲਦਾ, ਰੱਬੀ ਦਰਗਾਹ ਵਿੱਚ ਮਾਣ ਮਿਲਦਾ। ਉੱਤਮ ਬਾਣੀ, ਤੇ ਐਸੇ ਮਨੁੱਖ ਦੀ ਜੋ ਬੋਲ ਬਾਣੀ ਹੈ ਉਹ ਬੜੀ ਪਿਆਰੀ ਹੁੰਦੀ ਹੈ। ਲੋਕ ਨਾ ਬੋਲੀ ਤੋਂ ਪਛਾਣੇ ਜਾਂਦੇ ਨੇ। ਇਹ ਜਿਹੜਾ ਆਮ ਤੁਸੀਂ ਇੱਕ ਮੈਸੇਜ ਪੜ੍ਹਦੇ ਹੋ WhatsApp ਤੇ ਆਮ ਘੁੰਮਦਾ ਹੈ ਕਿ ਇਹ ਸਰੀਰ ਇੱਕ ਦੁਕਾਨ ਹੈ ਤੇ ਜ਼ਬਾਨ ਇਹਦੀ ਚਾਬੀ ਹੈ। ਜਦੋਂ ਇਹ ਜ਼ਬਾਨ ਤਾਲਾ ਹੈ, ਜਦੋਂ ਤਾਲਾ ਖੁੱਲਦਾ ਹੈ ਨਾ, ਜ਼ਬਾਨ ਬੋਲਦੀ ਹੈ, ਤਾਂ ਪਤਾ ਲੱਗਦਾ ਹੈ ਕਿ ਇਹ ਦੁਕਾਨ ਹੀਰਿਆਂ ਦੀ ਕਿ ਕੋਲਿਆਂ ਦੀ ਹੈ। ਸਰੀਰ ਇੱਕ ਦੁਕਾਨ ਹੈ, ਜ਼ਬਾਨ ਇਹਦਾ ਤਾਲਾ ਹੈ। ਜਦੋਂ ਇਹ ਜ਼ਬਾਨ ਖੁੱਲਦੀ ਹੈ, ਬੋਲਦੀ ਹੈ, ਫਿਰ ਪਤਾ ਲੱਗਦਾ ਹੈ ਕਿ ਇਹ ਜਿਹੜੀ ਦੁਕਾਨ ਹੈ ਇਹ ਹੀਰਿਆਂ ਦੀ ਹੈ ਕਿ ਕੋਲਿਆਂ ਦੀ ਹੈ। ਬੰਦੇ ਦੇ ਬੋਲ ਕੈਸੇ ਨੇ, ਬੰਦੇ ਦੀ ਅਸਲੀਅਤ ਦਾ ਉੱਥੋਂ ਪਤਾ ਲੱਗਦਾ। ਜੋ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਰੱਬ ਦੇ ਦਰ ਤੇ ਮਾਣ ਮਿਲਦਾ ਹੈ। ਤੇ ਦੂਜੀ ਗੱਲ ਹੈ ਕਿ ਉਹਨਾਂ ਦੀ ਬੋਲ ਬਾਣੀ ਬਹੁਤ ਪਿਆਰੀ ਹੁੰਦੀ ਹੈ, ਅੰਮ੍ਰਿਤ ਵਰਗੇ ਉਹਨਾਂ ਦੇ ਬੋਲ ਹੁੰਦੇ ਨੇ। ਉਹਨਾਂ ਦੇ ਜੀਵਨ ਵਿੱਚ ਹਮੇਸ਼ਾ ਪੋਜ਼ਿਟਿਵਿਟੀ ਹੁੰਦੀ ਹੈ, ਸਕਾਰਾਤਮਕਤਾ ਹੁੰਦੀ ਹੈ। ਉਹਨਾਂ ਦੇ ਬੋਲਾਂ ਦੇ ਵਿੱਚੋਂ ਪਿਆਰ ਡੁੱਲ ਡੁੱਲ ਕੇ ਪੈਂਦਾ ਹੈ ਤੇ ਜੀ ਕਰਦਾ ਹੈ ਕਿ ਇਹ ਬੋਲਦਾ ਰਹੇ ਤੇ ਮੈਂ ਸੁਣਦਾ ਰਹਾਂ। ਮੈਂ ਕਈ ਵਾਰ ਇਹ ਵਿਚਾਰ ਆਪ ਨਾਲ ਸਾਂਝੀ ਕੀਤੀ ਹੈ ਕਿ ਕੁਝ ਲੋਕਾਂ ਦੀ ਬੋਲੀ ਉਸ ਚਿੱਠੀ ਵਰਗੀ ਹੁੰਦੀ ਹੈ ਜਿਸ ਚਿੱਠੀ ਨੂੰ ਬਾਰ-ਬਾਰ ਪੜ੍ਹਨ ਤੇ ਜੀ ਕਰਦਾ ਹੈ। ਕੁਝ ਲੋਕਾਂ ਦੇ ਬੋਲ ਇੰਨੇ ਪਿਆਰੇ ਹੁੰਦੇ ਨੇ ਕਿ ਉਹ ਦੂਰ ਬੈਠੇ ਵੀ ਨੇੜੇ ਭਾਸਦੇ ਨੇ। ਕੁਝ ਬੋਲਾਂ ਦੇ ਵਿੱਚ ਇੰਨੀ ਮਿਠਾਸ ਹੁੰਦੀ ਹੈ ਕਿ ਉਹ ਲੋਕ ਬੇਗਾਨੇ ਹੁੰਦੇ ਹੋਏ ਵੀ ਸਾਨੂੰ ਆਪਣੇ ਜਾਪਦੇ ਨੇ। ਕੁਝ ਲੋਕਾਂ ਦੇ ਬੋਲਾਂ ਵਿੱਚ ਇੰਨੀ ਮਿਠਾਸ ਹੁੰਦੀ ਹੈ
ਕਿ ਉਹ ਸਦਾ ਵਾਸਤੇ ਸਾਡੇ ਹਿਰਦੇ ਵਿੱਚ ਉਤਰ ਜਾਂਦੇ ਨੇ। ਬੋਲਾਂ ਕਰਕੇ ਉਹ ਸਦਾ ਵਾਸਤੇ ਸਾਡੇ ਤੇ ਅਸੀਂ ਸਦਾ ਵਾਸਤੇ ਉਹਨਾਂ ਦੇ ਹੋ ਜਾਂਦੇ ਆ। ਔਰ ਕੁਝ ਲੋਕਾਂ ਦੇ ਬੋਲ ਐਸੇ ਪਿਆਰੇ ਹੁੰਦੇ ਨੇ, ਜੀ ਕਰਦਾ ਹੈ ਕਿ ਇਹ ਬੰਦਾ ਬੋਲਦਾ ਰਹੇ ਤੇ ਮੈਂ ਇਸ ਨੂੰ ਸੁਣਦਾ ਰਹਾਂ। ਇਹ ਰੱਬ ਦੇ ਪਿਆਰੇ ਦੀ ਨਿਸ਼ਾਨੀ ਹੈ। ਤਾਂ ਸਾਨੂੰ ਵੀ ਆਪਣੀ ਜ਼ਿੰਦਗੀ ਨੂੰ ਪਰਖਣਾ ਚਾਹੀਦਾ ਹੈ, ਸੈਲਫ ਐਨਾਲਿਸਿਸ ਕਰਨੀ ਚਾਹੀਦੀ ਹੈ ਕਿ ਸਾਡੀ ਬੋਲਬਾਣੀ ਕੈਸੀ ਹੈ। ਸਾਡੇ ਅੰਦਰੋਂ ਆਣੀ ਹੈ ਨਾ, ਜੋ ਅੰਦਰ ਸਮਾਇਆ ਹੋਏਗਾ ਉਹਨੇ ਬੋਲਾਂ ਚੋਂ ਪ੍ਰਗਟ ਹੋਣਾ ਹੈ। ਉਹਨਾਂ ਇਨਸਾਨਾਂ ਨੂੰ ਹੀ ਫਿਰ ਰੱਬੀ ਦਰ ਤੇ ਮਾਣ ਮਿਲਦਾ ਹੈ, ਸਤਿਕਾਰ ਮਿਲਦਾ ਹੈ, ਆਦਰ ਮਿਲਦਾ ਹੈ। ਜੇ ਪੁਰਖ ਸੁਣੈ ਸੋ ਹੋਏ ਨਿਹਾਲ। ਪੁਰਖ ਦਾ ਮਤਲਬ ਮਨੁੱਖ। ਜਿਹੜਾ ਵੀ ਮਨੁੱਖ ਰੱਬ ਦੇ ਪਿਆਰਿਆਂ ਦੀ ਉਸ ਬੋਲ ਬਾਣੀ ਨੂੰ ਸੁਣਦਾ ਹੈ, ਉਹ ਨਿਹਾਲ ਹੋ ਜਾਂਦਾ ਹੈ, ਪ੍ਰਸੰਨ ਹੋ ਜਾਂਦਾ ਹੈ, ਖੁਸ਼ ਹੋ ਜਾਂਦਾ। ਤਾਂ ਸਾਨੂੰ ਵੀ ਸੋਚਣਾ ਚਾਹੀਦਾ ਕਿ ਸਾਡੀ ਬੋਲ ਬਾਣੀ ਤੋਂ ਕਿੰਨੇ ਕੁ ਲੋਕ ਖੁਸ਼ ਹੁੰਦੇ ਨੇ, ਕਿੰਨੇ ਕੁ ਲੋਕ ਸਾਨੂੰ ਸੁਣਨਾ ਚਾਹੁੰਦੇ ਨੇ, ਕਿੰਨੇ ਲੋਕਾਂ ਨੂੰ ਸਾਡੀ ਬੋਲੀ ਨੇ ਸੁੱਖ ਦਿੱਤਾ ਹੈ, ਸ਼ਾਂਤੀ ਦਿੱਤੀ ਹੈ, ਪੋਜ਼ਿਟਿਵਿਟੀ ਦਿੱਤੀ ਹੈ, ਤੇ ਕਿੰਨੇ ਲੋਕਾਂ ਦੇ ਦਿਲ ਸਾਡੀ ਬੋਲ ਬਾਣੀ ਨੇ ਵਲੂੰਧਰੇ ਨੇ, ਕਿੰਨੇ ਲੋਕਾਂ ਦੇ ਅਸੀਂ ਅੰਦਰ ਜ਼ਖਮ ਕੀਤੇ ਨੇ। ਔਰ ਯਾਦ ਰੱਖਣਾ, ਤਲਵਾਰਾਂ ਦੇ ਜ਼ਖਮ ਭਰ ਜਾਂਦੇ ਨੇ, ਪਰ ਜੋ ਜ਼ੁਬਾਨ ਦੇ ਲੱਗੇ ਹੋਏ ਜ਼ਖਮ ਨੇ ਉਹ ਕਦੇ ਭਰਦੇ ਨਹੀਂ। ਰਹੀਮ ਦਾ ਇੱਕ ਦੋਹਾ ਹੈ, ਉਹ ਕਹਿੰਦਾ ਰਹੀਮਨ धागा प्रेम का मत तोड़ो चटकाए, टूटे से फिर ना जुड़े जुड़े गांठ पड़ जाए। ਕਿ ਜਿਹੜਾ ਪਿਆਰ ਦਾ ਧਾਗਾ ਹੈ ਨਾ ਬਣਿਆ, ਤੁਹਾਡੀ ਪਿਆਰ ਦੀ ਡੋਰ ਇੱਕ ਦੂਜੇ ਨਾਲ ਬਣੀ ਪਈ ਹੈ, ਇਹਨੂੰ ਤੋੜੋ ਨਾ, ਐਵੇਂ ਖਿੱਚ ਕੇ ਨਾ ਤੋੜ ਦਿਓ। ਕਿਉਂਕਿ ਜੇਕਰ ਇਹ ਧਾਗਾ ਟੁੱਟ ਗਿਆ, ਧਾਗੇ ਨੇ ਫਿਰ ਜੁੜਨਾ ਨਹੀਂ ਹੁੰਦਾ। ਤੇ ਜੇ ਧਾਗੇ ਨੂੰ ਜੋੜੋਗੇ ਤੇ ਗੰਢ ਪੈ ਜਾਣੀ, ਵਿੱਚ ਗੰਢ ਦੇ ਲਵਾਂਗੇ ਅਸੀਂ, ਪਰ ਗੰਢ ਪੈ ਜਾਏਗੀ, ਜਦੋਂ ਖਿੱਚੋਗੇ ਗੰਢ ਰੜਕੇਗੀ। ਇਸੇ ਤਰ੍ਹਾਂ ਜੋ ਪਿਆਰ ਦਾ ਧਾਗਾ ਹੈ, ਇਹਨੂੰ ਤੋੜੋ ਨਾ, ਇਹਦੇ ਵਿੱਚ ਕੋਈ ਐਸੇ ਬੋਲ ਨਾ ਬੋਲੋ, ਕੋਈ ਐਸਾ ਕਰਮ ਨਾ ਕਰੋ ਕਿ ਪ੍ਰੇਮ ਟੁੱਟੇ। ਪਹਿਲੀ ਗੱਲ, ਟੁੱਟ ਕੇ ਜੁੜਨਾ ਨਹੀਂ, ਤੇ ਜੇ ਜੁੜ ਗਿਆ, ਉਹ ਜਿਹੜੇ ਬੋਲੇ ਹੋਏ ਤੁਹਾਡੇ ਭੈੜੇ ਬੋਲ ਨੇ, ਉਹਨਾਂ ਨੇ ਗੰਢ ਬਣ ਜਾਣੀ ਹੈ, ਤੇ ਉਸ ਗੰਢ ਨੇ ਫਿਰ ਕਦੇ ਖਤਮ ਨਹੀਂ ਹੋਣਾ। ਇਸ ਲਈ ਰੱਬ ਦਾ ਪਿਆਰਾ ਐਸਾ ਹੈ ਕਿ ਉਹਦੇ ਬੋਲਾਂ ਨੂੰ ਜੋ ਵੀ ਸੁਣਦਾ ਫਿਰ ਨਿਹਾਲ ਹੋ ਜਾਂਦਾ ਹੈ, ਖੁਸ਼ ਹੋ ਜਾਂਦਾ ਹੈ। ਇਹੋ ਜਿਹਾ ਅਸੀਂ ਵੀ ਆਪਣੀ ਬੋਲ ਬਾਣੀ ਦਾ ਸਟੈਂਡਰਡ ਬਣਾਉਣ ਦਾ ਯਤਨ ਕਰਨਾ ਹੈ, ਤਾਂ ਹੀ ਸਾਨੂੰ ਪਾਵਨ ਬਾਣੀ ਸੁਣਨ ਦਾ, ਕਥਾ ਕਰਨ ਦਾ, ਵਿਚਾਰ ਕਰਨ ਦਾ ਲਾਭ ਹੋ ਸਕਦਾ। ਨਾਨਕ ਸਤਿਗੁਰ ਮਿਲਿਆ ਪਾਇਆ ਨਾਮ ਧਨ ਮਾਲ। ਮਿਲਿਆ ਦਾ ਮਤਲਬ ਮਿਲਨ ਕਰਕੇ, ਸਤਿਗੁਰ ਨੂੰ ਮਿਲ ਕੇ ਉਹਨੇ ਇਹ ਨਾਮ ਖਜ਼ਾਨਾ ਪ੍ਰਾਪਤ ਕੀਤਾ ਹੈ। ਜਿਹੜੇ ਸ਼ੁਭ ਗੁਣ ਨੇ, ਪਿਆਰੀ ਬੋਲ ਬਾਣੀ ਹੈ, ਚੰਗਾ ਬਿਹੇਵੀਅਰ ਹੈ, ਉੱਚਾ ਕਰੈਕਟਰ ਹੈ, ਉੱਚੀ ਸੋਚ ਹੈ, ਇਹ ਉਹਨੂੰ ਮਿਲੀ ਕਿੱਥੋਂ ਹੈ? ਸਤਿਗੁਰ ਮਿਲਿਆ। ਸਤਿਗੁਰ ਦੇ ਮਿਲਨ ਕਰਕੇ, ਗੁਰੂ ਦੇ ਚਰਨਾਂ ਦੀ ਸ਼ਰਨ ਲੈਣ ਕਰਕੇ ਉਹਨੂੰ ਇਹ ਨਾਮ ਧਨ ਦਾ ਖਜ਼ਾਨਾ ਮਿਲਿਆ ਹੈ, ਸ਼ੁਭ ਗੁਣਾਂ ਦਾ। ਹੁਕਮ ਵਿੱਚ ਤੁਰਨਾ, ਉੱਚਾ ਆਚਰਨ, ਮਿੱਠੀ ਬੋਲ ਬਾਣੀ, ਪਿਆਰਾ ਬਿਹੇਵੀਅਰ, ਗੁਣਾਂ ਦੀ ਸੁਗੰਧ, ਐਸਾ ਮਹਾਨ ਜੀਵਨ, ਐਸੀ ਮਹਾਨ ਸੋਚ ਗੁਰੂ ਦੇ ਮਿਲਨ ਕਰਕੇ ਉਹਨੂੰ ਮਿਲੀ ਹੈ। ਮਹਿਲਾ ਚੌਥਾ, ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ, ਕਿ ਪੂਰਾ ਸਤਿਗੁਰ ਭਾਵੈ। ਸਤਿਗੁਰ ਦੇ ਹਿਰਦੇ ਦੀ ਭੇਤ ਮਨੁੱਖ ਨੂੰ ਨਹੀਂ ਸਮਝ ਨਹੀਂ ਆਉਂਦਾ ਕਿ ਸਤਿਗੁਰ ਨੂੰ ਕੀ ਚੰਗਾ ਲੱਗਦਾ ਹੈ। ਯਾਨੀ ਸਤਿਗੁਰ ਦੀ ਸੋਚ ਬੜੀ ਵਿਸ਼ਾਲ ਹੈ, ਅਨੰਤ ਵਿਸ਼ਾਲ ਸੋਚ ਹੈ, ਤੇ ਉਸ ਸੋਚ ਦਾ ਅੰਤ ਸੀਮਤ ਬੁੱਧੀ ਵਾਲਾ ਨਹੀਂ ਪਾ ਸਕਦਾ। ਗੁਰੂ ਦੀ ਜੋ ਮਹਾਨ ਸੋਚ ਹੈ, ਉਸ ਸੋਚ ਦਾ ਅੰਦਾਜ਼ਾ ਆਮ ਬੰਦਾ ਕਿਵੇਂ ਲਾਏਗਾ, ਜਿਸ ਮੇਰੇ ਵਰਗੇ ਬੰਦੇ ਦੀ ਸੋਚ ਹੀ ਘਟੀਆ ਹੈ, ਜਿਸ ਮੇਰੇ ਵਰਗੇ ਬੰਦੇ ਦੀ ਸੋਚ ਆਪਣੇ ਸਵਾਰਥ ਤੱਕ ਖੜੀ ਹੋਈ ਹੈ, ਉਹ ਬੰਦਾ ਗੁਰੂ ਦੀ ਸੋਚ ਨੂੰ ਕਿਵੇਂ ਪਾ ਲਵੇਗਾ ਕਿ ਗੁਰੂ ਨੂੰ ਕੀ ਚੰਗਾ ਲੱਗਦਾ ਹੈ ਔਰ ਕਿਉਂ ਚੰਗਾ ਲੱਗਦਾ ਹੈ। ਯਾਨੀ ਗੁਰੂ ਦੀ ਸੋਚ ਵਿਸ਼ਾਲ ਹੈ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ। ਲੋਚੈ ਦਾ ਮਤਲਬ ਚਾਹ ਕਰੇ, ਖੁਸ਼ੀ ਆਵੇ ਦਾ ਮਤਲਬ ਪ੍ਰਸੰਨਤਾ ਵਿੱਚ, ਗੁਰੂ ਦੀ ਖੁਸ਼ੀ ਵਿੱਚ ਆਉਂਦਾ ਹੈ, ਗੁਰੂ ਨੂੰ ਚੰਗਾ ਲੱਗਦਾ ਹੈ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ। ਸਤਿਗੁਰੂ ਸੱਚੇ ਸਿੱਖਾਂ ਦੇ ਹਿਰਦੇ ਦੇ ਵਿੱਚ ਵਸ ਰਿਹਾ ਹੈ, ਵਰਤ ਰਿਹਾ ਹੈ। ਹੁਣ ਦੇਖੋ, ਗੁਰੂ ਨੇ ਸਿੱਖ ਰਾਹੀਂ ਵਰਤਣਾ ਹੈ ਇਸ ਸੰਸਾਰ ਵਿੱਚ। ਸਾਡਾ ਸ਼ਬਦ ਹੁਣ ਗੁਰੂ ਹੈ ਨਾ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਤੇ ਗੁਰੂ ਨੇ ਸਾਡੇ ਰਾਹੀਂ ਵਰਤਣਾ ਹੈ, ਗੁਰੂ ਸਾਡੇ ਅੰਦਰ ਵਸਣਾ ਹੈ।
ਤੇ ਜੇ ਗੁਰੂ ਮੇਰੇ ਅੰਦਰ ਵਸਿਆ ਹੈ, ਮੇਰੀ ਸੋਚ ਵਿੱਚ, ਗੁਰੂ ਵਸਣ ਦਾ ਮਤਲਬ ਗੁਰੂ ਦੀ ਫਿਲਾਸਫੀ, ਗੁਰੂ ਦਾ ਗਿਆਨ, ਗੁਰੂ ਦੀ ਵਿਚਾਰਧਾਰਾ ਜੇ ਮੇਰੀ ਸੋਚ ਦੇ ਅੰਦਰ ਵਸ ਗਈ ਹੈ, ਤਾਂ ਫਿਰ ਮੇਰੇ ਰਾਹੀਂ ਗੁਰੂ ਵਰਤੇਗਾ ਨਾ, ਗੁਰੂ ਦੀ ਸੋਚ ਵਰਤੇਗੀ ਪ੍ਰੈਕਟੀਕਲੀ ਰੂਪ ਵਿੱਚ। ਪਰ ਉਹ ਤਾਂ ਵਰਤੇਗੀ ਜੇ ਮੇਰੇ ਅੰਦਰ ਵਸੀ ਹੋਏਗੀ। ਤੇ ਜੇ ਸਿਰਫ ਮੈਂ ਜ਼ਬਾਨ ਦੇ ਨਾਲ ਗੱਲਾਂ ਕਰ ਰਿਹਾ ਤਾਂ ਫਿਰ ਤਾਂ ਮੈਂ ਇੱਕ ਡਰਾਮਾ ਕਰ ਰਿਹਾ ਹਾਂ ਨਾ, ਫਿਰ ਉਹ ਸੋਚ ਵਰਤੇਗੀ ਨਹੀਂ। ਜਿੱਥੇ ਮੇਰੀ ਪਰਖ ਹੋਏਗੀ ਉੱਥੇ ਮੈਂ ਫੇਲ ਹੋ ਜਾਵਾਂ। ਇਸ ਲਈ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਸਿੱਖ ਦਾ ਸਟੈਂਡਰਡ ਇਹ ਹੋਣਾ ਚਾਹੀਦਾ ਹੈ ਕਿ ਉਹਦੀ ਸੋਚ ਗੁਰੂ ਵਰਗੀ ਹੋਵੇ ਔਰ ਸਿੱਖ ਦੇ ਵਿੱਚੋਂ ਗੁਰੂ ਦੀ ਸੋਚ ਵਰਤੇ ਔਰ ਵਰਤੀ ਹੈ। ਦੇਖੋ, ਗੁਰੂ ਤੇਗ ਬਹਾਦਰ ਜੀ ਸ਼ਹੀਦੀ ਦੇ ਰਹੇ ਨੇ, ਗੁਰੂ ਅਰਜਨ ਦੇਵ ਜੀ ਸ਼ਹੀਦੀ ਦੇ ਰਹੇ ਨੇ, ਕਿੰਨੀ ਵੱਡੀ ਸੋਚ ਹੈ ਨਾ। ਤੇ ਜੇ ਦੇਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਉਬਾਲੇ ਖਾ ਰਹੇ ਨੇ ਤਾਂ ਭਾਈ ਦਿਆਲਾ ਜੀ ਵੀ ਖਾ ਰਹੇ ਨੇ। ਉਹ ਸੋਚ ਵਰਤੀ ਹੈ ਨਾ। ਭਾਈ ਮਤੀ ਦਾਸ ਜੀ ਆਰੇ ਨਾਲ ਚੀਰੇ ਜਾ ਰਹੇ ਨੇ ਹਿਊਮਨ ਰਾਈਟਸ ਵਾਸਤੇ, ਕਿਸੇ ਦੀ ਮਨੁੱਖਾਂ ਦੀ ਆਜ਼ਾਦੀ ਵਾਸਤੇ, ਕਿ ਉਹਨਾਂ ਨੂੰ ਉਹਨਾਂ ਦੇ ਹੱਕ ਮਿਲਣੇ ਚਾਹੀਦੇ। ਗੁਰੂ ਸਾਹਿਬ ਨੇ ਆਪਣਾ ਪਰਿਵਾਰ ਸ਼ਹੀਦ ਕਰਾਇਆ ਤੇ ਕਿੰਨੇ ਸਿੱਖ ਸ਼ਹੀਦ ਹੋਏ ਨੇ ਨਾ। ਨੌਜਵਾਨ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ ਗਲਿਆਂ ਦੇ ਹਾਰ ਪਵਾ ਲਏ ਨੇ। ਸਿੱਖ ਗੁਰੂਆਂ ਦੇ ਵਿੱਚੋਂ, ਸਿੱਖਾਂ ਦੇ ਵਿੱਚੋਂ ਸੋਚ ਵਰਤੀ ਨਾ। ਅੱਜ ਵੀ ਜੇ ਅਸੀਂ ਦੇਖਦੇ ਹਾਂ ਭਾਈ ਕਨਈਆ ਜੀ ਦੇ ਵਿੱਚੋਂ ਗੁਰੂ ਜੀ ਦੀ ਸੋਚ ਵਰਤੀ, ਤਾਂ ਅੱਜ ਵੀ ਦੇਖੋ ਕਿੰਨੇ ਸਾਰੇ ਸਿੱਖ ਨੇ ਜਿਨ੍ਹਾਂ ਵਾਸਤੇ ਦੂਜੇ ਧਰਮਾਂ ਦੇ ਲੋਕ ਵੀ ਵੀਡੀਓ ਬਣਾ ਕੇ ਪਾ ਰਹੇ ਨੇ ਕਿ ਜਿਹੜੇ ਸਿੱਖ ਨੇ ਹੁਣ ਅੱਜ ਕਰੋਨਾ ਕਾਲ ਦੇ ਵਿੱਚ ਫ੍ਰੀ ਆਕਸੀਜਨ ਦੇ ਸਿਲੰਡਰ ਦੇ ਰਹੇ ਨੇ, ਘਰਾਂ ਦੇ ਵਿੱਚ ਜਾ ਕੇ ਲੰਗਰ ਪ੍ਰਸ਼ਾਦਾ ਪਹੁੰਚਾ ਰਹੇ ਨੇ, ਔਰ ਕਰੋਨਾ ਦੀ ਤੇ ਮੌਤ ਦੀ ਪਰਵਾਹ ਨਾ ਕਰਦੇ ਹੋਏ ਲੋਕਾਂ ਦੀਆਂ ਲਾਸ਼ਾਂ ਦਾ ਅੰਤਮ ਸੰਸਕਾਰ ਕਰ ਰਹੇ ਨੇ। ਇਹ ਗੁਰੂ ਦੀ ਸੋਚ ਸਿੱਖਾਂ ਦੇ ਵਿੱਚੋਂ ਵਰਤਦੀ ਹੈ ਨਾ, ਔਰ ਵਰਤਣੀ ਚਾਹੀਦੀ ਹੈ। ਸਾਡਾ ਸਟੈਂਡਰਡ ਐਸਾ ਹੋਣਾ ਚਾਹੀਦਾ ਹੈ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤਦਾ ਹੈ। ਜਿਨ੍ਹਾਂ ਗੁਰਸਿੱਖਾਂ ਦੇ ਅੰਦਰ ਸਤਿਗੁਰੂ ਵਰਤਦਾ ਹੈ, ਜੋ ਸਿੱਖਾਂ ਨੂੰ ਲੋਚੈ, ਤਾਂ ਜੋ ਮਨੁੱਖ ਉਹਨਾਂ ਦੀ ਤਾਂਘ ਕਰਦਾ ਹੈ, ਉਹਨਾਂ ਸਿੱਖਾਂ ਦੇ ਨਾਲ ਮਿਲਣ ਦੀ, ਲੋਚੇ ਦਾ ਮਤਲਬ ਉਹਨਾਂ ਦੀ ਸੇਵਾ ਕਰਦਾ ਹੈ, ਸੰਗਤ ਕਰਦਾ ਹੈ, ਸੋ ਗੁਰ ਖੁਸ਼ੀ ਆਵੇ, ਉਹ ਗੁਰੂ ਦੀ ਖੁਸ਼ੀ ਵਿੱਚ ਆ ਜਾਂਦਾ ਹੈ, ਉਹਦੇ ਤੇ ਗੁਰੂ ਦੀ ਪ੍ਰਸੰਨਤਾ ਹੁੰਦੀ ਹੈ। ਉਹ ਇਨਸਾਨ ਵੀ ਗੁਰੂ ਦੀ ਪ੍ਰਸੰਨਤਾ ਦਾ ਪਾਤਰ ਬਣ ਜਾਂਦਾ ਹੈ ਜੋ ਐਸੇ ਸਿੱਖਾਂ ਦੀ ਸੰਗਤ ਕਰਦਾ ਹੈ। ਸਤਿਗੁਰ ਆਖੈ ਸੋ ਕਾਰ ਕਮਾਵਨ, ਸੋ ਜਪ ਕਮਾਵੇਂ, ਗੁਰਸਿੱਖਾਂ ਕੀ ਕਾਲ ਸੱਚਾ ਥਾਏ ਪਾਵੇ। ਹੁਣ ਥਾਏ ਪਾਵੇ ਦਾ ਮਤਲਬ ਕਬੂਲ ਕਰਦਾ ਹੈ। ਜੋ ਆਗਿਆ ਗੁਰੂ ਦਿੰਦਾ ਹੈ ਉਹੀ ਕੰਮ ਗੁਰਸਿੱਖ ਕਰਦੇ ਨੇ। ਸਤਿਗੁਰ ਆਖੈ ਸੋ ਕਾਰ ਕਮਾਵਨ, ਜੋ ਗੁਰੂ ਕਹਿੰਦਾ ਹੈ ਸਿੱਖ ਉਹੀ ਕੰਮ ਕਰਦੇ ਨੇ, ਤੇ ਸਾਨੂੰ ਉਹ ਕੰਮ ਕਰਨੇ ਚਾਹੀਦੇ ਨੇ, ਤਾਂ ਹੀ ਅਸੀਂ ਸਿੱਖ ਹਾਂ। ਜੋ ਅਸੀਂ 6 ਗੱਲਾਂ ਆਮ ਕਰਕੇ ਵਿਚਾਰਦੇ ਹਾਂ ਕਿ ਅੱਖਾਂ ਨਾਲ ਅਸੀਂ ਕੀ ਵੇਖਣਾ ਹੈ, ਕੰਨਾਂ ਨਾਲ ਸੁਣਨਾ ਕੀ ਹੈ, ਜ਼ਬਾਨ ਨਾਲ ਬੋਲਣਾ ਕੀ ਹੈ, ਹੱਥਾਂ ਨਾਲ ਕਰਨਾ ਕੀ ਹੈ, ਪੈਰਾਂ ਨਾਲ ਤੁਰਨਾ ਕਿੱਧਰ ਹੈ, ਮਨ ਕਰਕੇ ਸੋਚਣਾ ਕੀ ਹੈ, ਜੋ ਗੁਰੂ ਕਹਿੰਦਾ ਉਹ ਕੰਮ ਕਰਨੇ। ਸੋ ਜਪ ਕਮਾਵੇਂ, ਜਪ ਦਾ ਮਤਲਬ ਜਾਣਨਾ, ਉਸ ਚੀਜ਼ ਨੂੰ ਜਾਣ ਕੇ, ਕਮਾਵੇਂ ਦਾ ਮਤਲਬ ਕਮਾਉਂਦੇ ਨੇ, ਇੰਪਲੀਮੈਂਟ ਕਰਦੇ ਨੇ। ਗੁਰਸਿੱਖਾਂ ਕੀ ਕਾਲ ਸੱਚਾ ਥਾਏ ਪਾਵੇ, ਫਿਰ ਸੱਚਾ ਪ੍ਰਭੂ ਐਸੇ ਗੁਰੂ ਦੇ ਸਿੱਖਾਂ ਦੀ ਕਾਲ ਨੂੰ ਥਾਏ ਪਾਉਂਦਾ ਹੈ, ਮਨਜ਼ੂਰ ਕਰਦਾ ਹੈ, ਯਾਨੀ ਉਹਦਾ ਜੀਵਨ ਫਿਰ ਕਬੂਲ ਹੋ ਜਾਂਦਾ ਹੈ। ਉਹਦੇ ਜੀਵਨ ਦੇ ਅੰਦਰ ਫਿਰ ਇਨਸਾਨੀਅਤ ਪੈਦਾ ਹੁੰਦੀ ਹੈ, ਉਹਦਾ ਜੀਵਨ ਕਬੂਲ ਹੋ ਜਾਂਦਾ ਹੈ, ਉਹਦੀ ਕਾਲ ਕਮਾਈ ਥਾਏ ਪੈ ਜਾਂਦੀ। ਵਿਣ ਸਤਿਗੁਰ ਕੇ ਹੁਕਮੈ, ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ, ਇਸ ਗੁਰਸਿੱਖ ਫਿਰ ਨੇੜ ਨਾ ਆਵੇ। ਪਰ ਹੁਣ ਜੇ ਗੁਰੂ ਦੇ ਹੁਕਮ ਤੋਂ ਉਲਟ ਗੁਰਸਿੱਖਾਂ ਕੋਲੋਂ ਕੋਈ ਕੰਮ ਕਰਾਉਣਾ ਚਾਹੇ ਤਾਂ ਗੁਰਸਿੱਖ ਉਹਦੇ ਨੇੜੇ ਨਹੀਂ ਜਾਂਦਾ। ਉਹ ਕੰਮ ਨਹੀਂ ਕਰਦਾ, ਨੇੜੇ ਨਹੀਂ ਜਾਂਦਾ, ਮਤਲਬ ਉਹ ਕੰਮ ਨਹੀਂ ਕਰਦਾ। ਜੇ ਗੁਰੂ ਦੇ ਹੁਕਮ ਤੋਂ ਉਲਟ ਗੁਰਸਿੱਖਾਂ ਤੋਂ ਕੋਈ ਕਰਾਉਣਾ ਚਾਹੇ ਨਾ ਕੰਮ, ਤਾਂ ਉਹ ਨਹੀਂ ਕਰੇਗਾ। ਕਿਹੜੇ ਕੰਮ ਨੇ ਜੀ ਗੁਰਸਿੱਖਾਂ ਤੋਂ ਉਲਟ ਜਿਹੜੇ ਸਿੱਖ ਨਹੀਂ ਕਰਦੇ? ਹੁਣ ਜੇ ਕੋਈ ਕਵੇ ਕਿ ਤੀਰਥਾਂ ਤੇ ਨਹਾਉਣ ਦੇ ਨਾਲ ਪਾਪ ਉਤਰ ਜਾਣਗੇ, ਤੇ ਕੋਈ ਸਿੱਖ ਮੰਨੇਗਾ ਇਸ ਗੱਲ ਨੂੰ? ਗੁਰੂ ਦਾ ਸਿੱਖ ਤਾਂ ਨਹੀਂ ਮੰਨੇਗਾ। ਜੇ ਹੁਣ ਕੋਈ ਕਵੇ ਕਿ ਕਬਰਾਂ ਦੇ ਉੱਤੇ ਦੀਵੇ ਜਗਾਉਣ ਨਾਲ, ਮੜੀਆਂ ਤੇ ਦੀਵੇ ਜਗਾਉਣ ਦੇ ਨਾਲ ਤਾਂ ਬਾਬਿਆਂ ਕੋਲੋਂ ਸੇਬ ਲਿਆਉਣ ਦੇ ਨਾਲ ਪੁੱਤਰ ਹੋ ਜਾਂਦੇ ਨੇ, ਤੇ ਕੋਈ ਸਿੱਖ ਮੰਨੇਗਾ? ਬਿਲਕੁਲ ਨਹੀਂ ਮੰਨੇਗਾ, ਕਿਉਂਕਿ ਗੁਰਬਾਣੀ ਨੂੰ ਪੜ੍ਹਨ ਵਾਲਾ ਤਾਂ ਨਹੀਂ ਮੰਨੇਗਾ। ਜੇ ਕੋਈ ਕਹੇ ਕਿ ਆ ਝੂਠ ਬੋਲੀਏ, ਜਾਂ ਅਸੀਂ ਠੱਗੀ ਮਾਰੀਏ, ਬੇਈਮਾਨੀ ਕਰੀਏ, ਬੇਗਾਨਾ ਹੱਕ ਖਾਈਏ, ਤਾਂ ਕੋਈ ਐਸਾ ਕੰਮ ਸਿੱਖ ਨਹੀਂ ਕਰੇਗਾ।
ਜੇ ਕੋਈ ਗੁਰੂ ਦੇ ਸਿੱਖ ਨੂੰ ਕਹੇ ਕਿ ਆਦੇਧਾਰੀ ਗੁਰੂ ਨੂੰ ਮੰਨਣ ਚੱਲੀਏ, ਤਾਂ ਗੁਰੂ ਦਾ ਸਿੱਖ ਤਾਂ ਨਹੀਂ ਜਾਏਗਾ, ਕਿਸੇ ਬਾਬੇ ਅੱਗੇ ਮੱਥਾ ਨਹੀਂ ਟੇਕੇਗਾ, ਗੁਰੂ ਦਾ ਸਿੱਖ ਤਾਂ ਨਹੀਂ ਟੇਕੇਗਾ। ਜੇ ਗੁਰੂ ਦੇ ਹੁਕਮ ਦੇ ਉਲਟ ਕੋਈ ਗੁਰੂ ਦੇ ਸਿੱਖ ਤੋਂ ਕੰਮ ਕਰਾਉਣਾ ਚਾਹੇ ਤਾਂ ਗੁਰੂ ਦਾ ਸਿੱਖ ਉਹਦੇ ਨੇੜੇ ਨਹੀਂ ਜਾਂਦਾ। ਔਰ ਸਾਨੂੰ ਵੀ ਇਧਰ ਧਿਆਨ ਦੇਣਾ ਚਾਹੀਦਾ, ਸਾਨੂੰ ਵੀ ਉਹਨਾਂ ਦੇ ਨੇੜੇ ਨਹੀਂ ਜਾਣਾ ਚਾਹੀਦਾ। ਨੇੜੇ ਨਾ ਜਾਣ ਦਾ ਮਤਲਬ ਇਹ ਨਹੀਂ ਕਿ ਕਿਸੇ ਨਾਲ ਵੈਰ ਕਮਾਣਾ ਹੈ, ਉਹ ਕੰਮ ਸਾਨੂੰ ਨਹੀਂ ਕਰਨੇ ਚਾਹੀਦੇ ਜੋ ਗੁਰੂ ਦੀ ਆਗਿਆ ਤੋਂ ਉਲਟ ਨੇ। ਗੁਰ ਸਤਗੁਰ ਅੱਗੇ ਕੋ ਜੀਉ ਲਾਏ ਘਾਲੈ, ਤਿਸ ਅੱਗੇ ਗੁਰਸਿੱਖ ਕਾਰ ਕਮਾਵੇ। ਪਰ ਗੁਰੂ ਦੇ ਸਿੱਖ ਦੀ ਸ਼ਰਧਾ ਹੈ, ਵਿਸ਼ਵਾਸ ਹੈ, ਪਿਆਰ ਹੈ ਕਿ ਜਿਹੜਾ ਇਨਸਾਨ ਗੁਰੂ ਦੇ ਚਰਨਾਂ ਵਿੱਚ ਜਿੰਦ ਜਾਨ ਦੇ ਨਾਲ ਸਮਰਪਿਤ ਹੋ ਕੇ ਕੰਮ ਕਰਦਾ ਹੈ, ਮੀਨਸ ਕਿ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਜਿਸ ਗੁਰੂ ਦੀ ਪਾਵਨ ਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕੀਤਾ ਹੈ, ਜੋ ਗੁਰੂ ਹਰ ਹੁਕਮ ਨੂੰ ਮੰਨਦਾ ਹੈ, ਇਸ ਅੱਗੇ ਗੁਰਸਿੱਖ ਕਾਰ ਕਮਾਵੇ। ਗੁਰੂ ਦਾ ਸਿੱਖ ਫਿਰ ਬੜੇ ਪਿਆਰ ਦੇ ਨਾਲ ਉਹਦੇ ਅੱਗੇ ਸੇਵਾ ਕਰਦਾ, ਉਹਦੀ ਸੇਵਾ ਵਿੱਚ ਹਾਜ਼ਰ ਹੈ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੇ ਨਾਮ ਜਪਾਵੇ। ਜੇ ਕੋਈ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਤੇ ਸਿੱਖ ਉਹਦੇ ਲਈ ਜਿੰਦ ਜਾਨ ਵਾਰਨ ਲਈ ਤਿਆਰ ਹੈ, ਔਰ ਐਸਾ ਸਾਨੂੰ ਕਰਨਾ ਵੀ ਚਾਹੀਦਾ ਹੈ। ਜੇ ਕੋਈ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਗੁਰਬਾਣੀ ਮੁਤਾਬਕ ਕਿਸੇ ਦੀ ਜ਼ਿੰਦਗੀ ਹੈ, ਤਾਂ ਉਹਦੇ ਨਾਲ ਸਾਨੂੰ ਪਿਆਰ ਕਰਨਾ ਚਾਹੀਦਾ ਹੈ, ਮਾਨ ਸਤਿਕਾਰ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਸਾਡਾ ਪਿਆਰ ਸਤਿਕਾਰ ਇੱਕ ਦੂਜੇ ਵਾਸਤੇ ਕਾਇਮ ਰਹੇਗਾ। ਔਰ ਇਹ ਗੁਰੂ ਦੇ ਸਿੱਖ ਦਾ ਵਿਸ਼ਵਾਸ ਹੈ, ਗੁਰੂ ਦੇ ਸਿੱਖ ਦਾ ਗੁਰੂ ਦੇ ਨਾਲ ਪਿਆਰ ਹੈ ਕਿ ਜੋ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਂਦਾ ਹੈ, ਉਹਦੇ ਵਾਸਤੇ ਸਿੱਖ ਆਪਣੀ ਜਿੰਦ ਜਾਨ ਵੀ ਹਾਜ਼ਰ ਕਰਦਾ। ਪਰ ਜੇ ਠੱਗੀ ਆਵੇ, ਠੱਗੀ ਉੱਠ ਜਾਏ, ਤਿਸ ਨੇੜੇ ਗੁਰਸਿੱਖ ਮੂਲ ਨਾ ਆਵੇ। ਠੱਗੀ ਆਵੇ ਦਾ ਮਤਲਬ ਜਿਹੜਾ ਫਰੇਬ ਕਰਨ ਵਾਸਤੇ ਹੁੰਦਾ ਹੈ ਤੇ ਫਰੇਬ ਕਰਨ ਦੇ ਖਿਆਲ ਦੇ ਨਾਲ ਹੀ ਉੱਠ ਜਾਂਦਾ ਹੈ, ਗੁਰਸਿੱਖ ਉਹਦੇ ਨਜ਼ਦੀਕ ਨਹੀਂ ਹੁੰਦਾ ਜਿਹੜਾ ਠੱਗ ਹੈ। ਦੇਖੋ ਇਹ ਚੀਜ਼ ਸਮਝਣ ਵਾਲੀ ਹੈ। ਚੋਰ ਬੰਦਾ ਜਿਹੜਾ ਹੈ ਨਾ, ਉਹ ਤੁਹਾਡੀ ਗੈਰ ਹਾਜ਼ਰੀ ਦੇ ਅੰਦਰ ਚੋਰੀ ਕਰੇਗਾ। ਇੱਕ ਹੈ ਚੋਰ ਜਿਹੜਾ ਗੈਰ ਹਾਜ਼ਰੀ ਦੇ ਅੰਦਰ ਚੋਰੀ ਕਰਦਾ ਹੈ, ਇੱਕ ਹੈ ਡਾਕੂ ਜੋ ਸਾਹਮਣੇ ਆਣ ਕੇ ਪਿਸਤੌਲ ਤਾਣਦਾ ਤੇ ਕਹਿੰਦਾ ਵੀ ਜੋ ਕੁਛ ਹੈ ਕੱਢ ਕੇ ਰੱਖ ਦੇਣ ਤੇ ਅੜਾ ਦਿਆਂਗਾ। ਇੱਕ ਹੈ ਤੀਜਾ ਠੱਗ। ਇਹ ਠੱਗ ਜ਼ਿਆਦਾ ਖਤਰਨਾਕ ਹੈ ਚੋਰ ਨਾਲੋਂ, ਡਾਕੂ ਨਾਲੋਂ। ਚੋਰ ਤੇ ਆਪਣੀ ਸੁਰੱਖਿਆ ਕਰੋ ਤੇ ਚੋਰੀ ਤੋਂ ਬਚਾ ਸਕਦੇ ਹੋ, ਤੇ ਡਾਕੂ ਜੇ ਆ ਜਾਏ ਤੇ ਅੱਗੋਂ ਸ਼ੇਰ ਨੂੰ ਸਵਾ ਸ਼ੇਰ ਟੱਕਰ ਕੇ ਡਾਕੂਆਂ ਤੋਂ ਵੀ ਬੰਦਾ ਬਚ ਸਕਦਾ ਹੈ। ਲੇਕਿਨ ਠੱਗ ਤੋਂ ਬਚਣਾ ਬਹੁਤ ਔਖਾ ਹੈ, ਕਿਉਂਕਿ ਠੱਗ ਤੁਹਾਡੇ ਵਰਗਾ ਬਣ ਕੇ ਆਉਂਦਾ ਹੈ, ਤੁਹਾਡੇ ਵਰਗੇ ਕੱਪੜੇ ਪਾਉਂਦਾ ਹੈ, ਤੁਹਾਡੇ ਵਰਗੀ ਬੋਲੀ ਬੋਲਦਾ ਹੈ, ਔਰ ਤੁਹਾਡੇ ਭਲੇ ਵਾਸਤੇ ਫਿਰ ਜ਼ਿਆਦਾ ਬੋਲਦਾ ਹੈ ਕਿ ਤੁਹਾਡਾ ਸੋਨਾ, ਤੁਹਾਡਾ ਪੈਸਾ ਮੈਂ ਡਬਲ ਕਰ ਦਿਆਂਗਾ, ਤੁਸੀਂ ਇਹ ਕੰਮ ਕਰੋ, ਤੁਹਾਡਾ ਪੈਸਾ ਡਬਲ ਹੋ ਜਾਏਗਾ। ਤੁਹਾਡੇ ਵਰਗੇ ਕੱਪੜੇ ਪਾਏ ਨੇ, ਤੁਹਾਡੇ ਹਿੱਤ ਦੇ ਵਿੱਚ ਬੋਲਦਾ ਹੈ ਪਿਆ, ਤੁਹਾਡੇ ਵਰਗਾ ਬਣ ਕੇ ਫਿਰ ਤੁਹਾਨੂੰ ਉਹ ਠੱਗਦਾ ਹੈ। ਰਾਵਣ ਠੱਗ ਬਣ ਕੇ ਆਉਂਦਾ ਨਾ, ਪਹਿਨਾਵਾ ਉਹਨੇ ਧਾਰਮਿਕ ਪਹਿਨਿਆ ਹੈ, ਤਿਲਕ ਸ਼ਿਲਕ ਲਾਇਆ ਹੈ, ਔਰ ਬੜੀ ਮਿੱਠੀ ਬੋਲੀ ਬੋਲਦਾ ਹੈ ਤੇ ਆਣ ਕੇ ਭਿੱਖਿਆ ਮੰਗ ਰਿਹਾ ਹੈ ਤੇ ਬੜੇ ਪਿਆਰ ਦੇ ਨਾਲ ਕਹਿੰਦਾ ਕਿ ਰੱਬ ਦੇ ਪਿਆਰਿਆਂ ਨੂੰ ਭਿੱਖਿਆ ਬਾਹਰ ਆ ਕੇ ਦੇਈਦੀ। ਲੱਗਦਾ ਨਾ ਕਿ ਮੇਰਾ ਭਲਾ ਹੋਏਗਾ ਇਹਦੇ ਵਿੱਚ। ਆ ਜਿੰਨੇ ਆ ਜੋਤਸ਼ੀ, ਜਿੰਨੇ ਆ ਬਾਬੇ ਨੇ, ਸਾਡੇ ਵਰਗੇ ਬਣ ਕੇ ਹੀ ਤੇ ਠੱਗ ਰਹੇ ਨੇ, ਔਰ ਸਾਨੂੰ ਗੁਰਮਤ ਤੋਂ ਦੂਰ ਲੈ ਜਾਂਦੇ ਨੇ। ਪਤਾ ਵੀ ਨਹੀਂ ਲੱਗਦਾ ਕਦੋਂ ਅਸੀਂ ਠੱਗੇ ਜਾਂਦੇ ਆ, ਸਾਡਾ ਆਤਮਿਕ ਜੀਵਨ ਬਰਬਾਦ ਹੋ ਜਾਂਦਾ। ਤੇ ਗੁਰੂ ਜੀ ਕਹਿੰਦੇ ਨੇ ਜੋ ਠੱਗੀ ਦੇ ਖਿਆਲ ਦੇ ਨਾਲ ਆਉਂਦਾ, ਠੱਗੀ ਦੇ ਖਿਆਲ ਨਾਲ ਜਾਂਦਾ, ਗੁਰਸਿੱਖ ਦੇ ਨਜ਼ਦੀਕ ਵੀ ਨਹੀਂ ਲੱਗਦਾ। 22 ਮੰਜੀਆਂ ਡਾਹ ਕੇ ਬਹਿ ਗਏ ਸੀ ਨਾ, ਪਰ ਗੁਰਸਿੱਖ ਨੇੜੇ ਨਹੀਂ ਲੱਗੇ। ਇਸ ਲਈ ਠੱਗ ਤੋਂ ਬਚਣ ਦੀ ਜ਼ਰੂਰਤ ਹੈ। ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭਾਵ ਜ਼ੋਰ ਦੇ ਕੇ ਸੁਣਾਉਂਦਾ ਹੈ, ਨਿਰੋਲ ਸੱਚੀ ਵਿਚਾਰ। ਬ੍ਰਹਮ ਵਿਚਾਰ ਦਾ ਮਤਲਬ ਰੱਬ ਦੀ ਵਿਚਾਰ, ਸੱਚੀ ਵਿਚਾਰ, ਯੂਨੀਵਰਸਲ ਟਰੁੱਥ। ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਮੈਂ ਯੂਨੀਵਰਸਲ ਟਰੁੱਥ ਬ੍ਰਹਮ ਦੀ ਵਿਚਾਰ ਆਖ ਕੇ ਸੁਣਾ ਰਿਹਾ, ਪੂਰਾ ਜ਼ੋਰ ਦੇ ਕੇ ਗੱਲ ਕਹਿ ਰਿਹਾ। ਜੇ ਵਿਣ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ, ਸੋ ਜੰਤ ਮਹਾ ਦੁੱਖ ਪਾਵੇ। ਜੰਤ ਦਾ ਮਤਲਬ ਬੰਦਾ, ਕਿ ਜਿਹੜਾ ਇਨਸਾਨ ਗੁਰੂ ਦਾ ਮਨ ਪਤੀਜਨ ਤੋਂ ਬਿਨਾ, ਯਾਨੀ ਗੁਰੂ ਦੇ ਆਸ਼ੇ ਦੇ ਵਿਰੁੱਧ, ਗੁਰੂ ਦੀ ਵਿਚਾਰਧਾਰਾ ਦੇ ਵਿਰੁੱਧ ਜੇ ਕੋਈ ਕੰਮ ਕਰਾਂਦਾ ਹੈ, ਉਹ ਇਨਸਾਨ ਮਹਾਨ ਦੁੱਖ ਪਾਉਂਦਾ ਹੈ, ਉਹ ਕਦੇ ਸੁਖੀ ਨਹੀਂ ਰਹਿੰਦਾ।
ਜੇ ਸੱਚ ਦੇ ਵਿਰੋਧ ਵਿੱਚ ਕੋਈ ਕੰਮ ਕਰਾਏਗਾ ਤਾਂ ਉਹ ਬੰਦਾ ਦੁਖੀ ਹੋਏਗਾ, ਕਰਨ ਵਾਲਾ ਵੀ ਦੁਖੀ, ਉਹ ਵੀ ਦੁਖੀ। ਇਸ ਲਈ ਜੋ ਗੁਰੂ ਦੇ ਦੱਸੇ ਰਾਹਾਂ ਤੋਂ ਉਲਟ ਚੱਲਦਾ ਹੈ, ਗਿਆਨ ਦੀ ਜੋ ਗਲਤ ਵਰਤੋਂ ਕਰਦਾ ਹੈ, ਜੋ ਰੱਬੀ ਰਜ਼ਾ ਭਾਣੇ ਤੋਂ ਉਲਟ ਕੰਮ ਕਰਾਂਦਾ ਹੈ, ਗੁਰੂ ਦੇ ਹੁਕਮ ਤੋਂ ਉਲਟ, ਉਹ ਸੁਖੀ ਨਹੀਂ ਹੁੰਦਾ, ਉਹ ਦੁੱਖ ਪਾਉਂਦਾ ਹੈ। ਇਸ ਲਈ ਜੇ ਅਸੀਂ ਸੁਖ ਸ਼ਾਂਤੀ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ ਚਾਹੀਦਾ ਹੈ। ਪੌੜੀ, ਤੂੰ ਸੱਚਾ ਸਾਹਿਬ ਅਤ ਵੱਡਾ, ਤੁਹੇ ਜੀਵੜ ਤੂੰ ਵੱਡ ਵੱਡੇ। ਕਿ ਇਹ ਸੱਚੇ ਸਾਹਿਬ ਤੂੰ ਸੱਚਾ ਹੈ, ਅਤ ਵੱਡਾ ਦਾ ਮਤਲਬ ਬਹੁਤ ਵੱਡਾ ਹੈ, ਤੁਹੇ ਜੀਵੜ ਦਾ ਮਤਲਬ ਤੇਰੇ ਵਰਗਾ ਤੂੰ ਹੈ, ਵੱਡ ਵੱਡੇ ਦਾ ਮਤਲਬ ਤੂੰ ਵੱਡਿਆਂ ਤੋਂ ਵੱਡਾ ਹੈ, ਤੇ ਤੇਰੇ ਵਰਗਾ ਤੂੰ ਆਪ ਹੀ ਹੈ, ਤੇਰੇ ਵਰਗਾ ਹੋਰ ਕੋਈ ਨਹੀਂ, ਤੇਰੇ ਤੋਂ ਵੱਡਾ ਹੋਰ ਕੋਈ ਨਹੀਂ। ਜਿਸ ਤੂੰ ਮਿਲੈ ਸੋ ਤੁਧ ਮਿਲੈ, ਤੂੰ ਆਪੇ ਬਖਸ਼ ਲਹੈ ਲੇਖਾ ਛੱਡੇ। ਜਿਹਨੂੰ ਤੂੰ ਆਪਣੇ ਨਾਲ ਮੇਲਦਾ ਉਹ ਤੇਰੇ ਵਿੱਚ ਮਿਲ ਜਾਂਦਾ ਹੈ, ਤੇ ਤੂੰ ਆਪ ਹੀ ਉਹਨੂੰ ਬਖਸ਼ ਲੈਣਾ, ਤਾਂ ਉਹਦਾ ਲੇਖਾ ਜੋਖਾ ਛੱਡ ਦਿੰਦਾ ਹੈ, ਖਤਮ ਕਰ ਦਿੰਦਾ, ਉਹਦਾ ਕੋਈ ਲੇਖਾ ਜੋਖਾ ਨਹੀਂ ਰਹਿ ਜਾਂਦਾ। ਯਾਨੀ ਜਿਹਨੂੰ ਰੱਬ ਮੇਲਦਾ ਹੈ ਉਹ ਰੱਬ ਦੇ ਵਿੱਚ ਮਿਲ ਜਾਂਦਾ ਹੈ, ਉਹਦੇ ਫਿਰ ਸਾਰੇ ਜਿਹੜੇ ਅਵਗੁਣ ਨੇ ਉਹ ਖਤਮ ਹੋ ਜਾਂਦੇ। ਹੁਣ ਰੱਬ ਕਿਹਨੂੰ ਮਿਲੇਗਾ? ਜੋ ਰੱਬ ਦੀ ਰਜ਼ਾ ਵਿੱਚ ਤੁਰੇਗਾ। ਇਸ ਲਈ ਹੈ ਪ੍ਰਭੂ, ਜੋ ਤੇਰੀ ਰਜ਼ਾ ਭਾਣੇ ਵਿੱਚ ਤੁਰਦੇ ਨੇ ਉਹਨਾਂ ਨੂੰ ਤੂੰ ਆਪਣੇ ਨਾਲ ਹੀ ਮਿਲਾ ਲੈਂਦਾ, ਉਹਨਾਂ ਦੇ ਫਿਰ ਸਾਰੇ ਪਾਪ ਵਿਕਾਰ ਖਤਮ ਹੋ ਜਾਂਦੇ ਨੇ, ਉਹਨਾਂ ਦੀ ਜ਼ਿੰਦਗੀ ਦਾ ਕੋਈ ਲੇਖਾ ਜੋਖਾ ਨਹੀਂ ਰਹਿੰਦਾ, ਭਾਵ ਕਿ ਵਿਕਾਰ ਆਦਿਕ ਨਹੀਂ ਰਹਿੰਦੇ। ਜਿਸ ਨੂੰ ਤੂੰ ਆਪ ਮਿਲਾਏਂਦਾ ਸੋ ਸਤਿਗੁਰ ਸੇਵੇ, ਮਨ ਗੱਡ ਗੱਡੇ। ਮਨ ਗੱਡ ਗੱਡੇ ਦਾ ਮਤਲਬ ਗੱਡ ਕੇ, ਗੱਡ ਕੇ ਦਾ ਮਤਲਬ ਦਿਲੋਂ। ਅਸੀਂ ਕਹਿੰਦੇ ਨੇ ਕਿ ਆਹ ਗੱਲ ਤਾਂ ਵੀ ਗੱਡ ਕੇ ਕੰਮ ਕਰਨਾ ਹੈ, ਮਤਲਬ ਦਿਲੋਂ ਕਰਨਾ ਹੈ। ਜਿਸ ਨੂੰ ਤੂੰ ਆਪ ਮਿਲਾਉਂਦਾ ਹੈ ਉਹ ਦਿਲੋਂ ਸਤਿਗੁਰ ਦੀ ਸੇਵਾ ਕਰਦਾ ਹੈ, ਤਨੋਂ ਮਨੋਂ ਸੇਵਾ ਕਰਦਾ ਹੈ। ਯਾਨੀ ਜੋ ਤਨੋਂ ਮਨੋਂ ਦਿਲੋਂ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹਨੂੰ ਰੱਬ ਆਪਣੇ ਨਾਲ ਮਿਲਾ ਲੈਂਦਾ, ਉਹ ਰੱਬ ਦਾ ਰੂਪ ਹੋ ਜਾਂਦਾ। ਤਾਂ ਹੁਣ ਪ੍ਰਭੂ ਦੇ ਨਾਲ ਮਿਲਣਾ ਕੀ ਹੈ? ਦਿਲੋਂ ਗੁਰੂ ਦੀ ਪਾਵਨ ਬਾਣੀ ਨਾਲ ਪਿਆਰ ਕਰਨਾ, ਯਾਨੀ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ, ਮਨ ਕਰਕੇ, ਬਚਨ ਕਰਕੇ, ਕਰਮ ਕਰਕੇ। ਜੋ ਮਨ, ਬਚਨ ਔਰ ਕਰਮ ਕਰਕੇ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਂਦਾ ਹੈ, ਪ੍ਰਭੂ ਤੂੰ ਉਹਨੂੰ ਆਪਣੇ ਨਾਲ ਮਿਲਾ ਲੈਣਾ। ਤੂੰ ਸੱਚਾ ਸਾਹਿਬ ਸੱਚ ਤੂੰ, ਸਭ ਜੀਓ ਪਿੰਡ ਚੰਮ ਤੇਰਾ ਹੱਡੇ। ਹੱਡੇ ਦਾ ਮਤਲਬ ਹੱਡ, ਚੰਮ ਦਾ ਮਤਲਬ ਚਮੜੀ। ਤੂੰ ਸੱਚਾ ਮਾਲਕ ਹੈ, ਤੂੰ ਸਦਾ ਥਿਰ ਰਹਿਣ ਵਾਲਾ ਹੈ, ਤੇ ਜੀਵਾਂ ਦਾ ਸਭ ਕੁਝ, ਜਿੰਦ, ਸਰੀਰ, ਚੰਮ, ਹੱਡ, ਇਹ ਸਭ ਤੇਰਾ ਬਖਸ਼ਿਆ ਹੋਇਆ ਹੈ। ਯਾਨੀ ਇਹ ਜੀਵਨ ਜਿਹੜਾ ਹੈ ਇਹ ਪ੍ਰਭੂ ਇਹ ਤੇਰਾ ਬਖਸ਼ਿਆ ਹੋਇਆ ਹੈ। ਤੂੰ ਸੱਚਾ ਹੈ, ਤੂੰ ਸਾਹਿਬ ਹੈ, ਤੂੰ ਵੱਡਾ ਹੈ, ਤੂੰ ਮਹਾਨ ਹੈ। ਜਿਉ ਭਾਵੈ ਤਿਉ ਰੱਖ ਤੂੰ ਸੱਚਿਆ, ਨਾਨਕ ਮਨ ਆਸ ਤੇਰੀ ਵੱਡ ਵੱਡੇ। ਵੱਡ ਵੱਡੇ ਦਾ ਮਤਲਬ ਵੱਡਿਆਂ ਤੋਂ ਵੱਡਾ। ਹੇ ਮਾਲਕ, ਤੂੰ ਵੱਡਿਆਂ ਤੋਂ ਵੱਡਾ ਹੈ, ਤੇ ਮੇਰੇ ਮਨ ਦੇ ਅੰਦਰ ਸਿਰਫ ਤੇਰੀ ਹੀ ਆਸ ਹੈ। ਜਿਵੇਂ ਤੈਨੂੰ ਪਾਉਂਦਾ ਹੈ ਤਿਵੇਂ ਮੈਨੂੰ ਰੱਖ, ਤਿਵੇਂ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਲਾ, ਮੈਨੂੰ ਪਾਪਾਂ ਵਿਕਾਰਾਂ ਤੋਂ ਬਚਾ। ਜਿਵੇਂ ਤੈਨੂੰ ਪਾਉਂਦਾ ਹੈ ਮੈਨੂੰ ਆਪਣੇ ਚਰਨਾਂ ਵਿੱਚ ਰੱਖ, ਤੂੰ ਵੱਡਿਆਂ ਤੋਂ ਵੱਡਾ ਹੈ, ਤੇ ਮੇਰੇ ਮਨ ਅੰਦਰ ਸਿਰਫ ਤੇਰੀ ਆਸ ਹੈ, ਹੋਰ ਕਿਸੇ ਦੀ ਨਹੀਂ। ਮੈਂ ਸਿਰਫ ਤੇਰੇ ਨਾਮ ਨੂੰ, ਤੇਰੇ ਹੁਕਮ ਨੂੰ, ਤੇਰੇ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ। ਹੋਰ ਕਾਮ, ਕ੍ਰੋਧ, ਲੋਭ ਆਦਿਕ ਤੇ ਬਾਬੇ ਤੇ ਕਰਾਮਾਤਾਂ ਤੇ ਪੀਰ ਫਕੀਰ, ਮੜੀਆਂ, ਦੇਵੀਆਂ, ਦੇਵਤੇ, ਕਿਸੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ। ਮੇਰੇ ਮਨ ਦੇ ਅੰਦਰ ਸਿਰਫ ਇੱਕ ਤੇਰਾ ਪਿਆਰ ਹੈ, ਤੂੰ ਹੀ ਮੇਰੇ ਜੀਵਨ ਦਾ ਆਧਾਰ ਹੈ। ਜਿਵੇਂ ਵੀ ਪਾਉਂਦਾ ਹੈ ਮੈਨੂੰ ਆਪਣੀ ਰਜ਼ਾ ਭਾਣੇ ਦੇ ਅੰਦਰ ਰੱਖ। ਯਾਨੀ ਕਿ ਅਸੀਂ ਪ੍ਰਭੂ ਦੀ ਰਜ਼ਾ ਭਾਣੇ ਦੇ ਅੰਦਰ ਰਹਿਣਾ ਹੈ, ਔਰ ਜੋ ਰਜ਼ਾ ਭਾਣੇ ਦੇ ਅੰਦਰ ਰਹੇਗਾ ਉਹਦਾ ਹੀ ਜੀਵਨ ਸਫਲ ਹੋਏਗਾ, ਉਹੀ ਖੁਸ਼ੀਆਂ ਮਾਣੇਗਾ, ਉਹਦੇ ਅੰਦਰ ਹੀ ਇਨਸਾਨੀਅਤ ਪੈਦਾ ਹੋਏਗੀ। ਜਿਉਂਦੇ ਜੀ ਪ੍ਰਭੂ ਦੇ ਅੰਦਰ ਮਿਲ ਕੇ ਉਹ ਪ੍ਰਭੂ ਦਾ ਰੂਪ ਹੋ ਜਾਏਗਾ, ਤੇ ਉਹਦੇ ਵਾਸਤੇ ਇੱਕੋ ਹੀ ਸਾਧਨ ਹੈ ਹੁਕਮ ਰਜ਼ਾਈ ਚੱਲਣਾ। ਉਹਦੇ ਵਾਸਤੇ ਇੱਕ ਹੀ ਸਾਧਨ ਹੈ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਣੀ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ ਜੀ। ਇਹ ਗੌੜੀ ਕੀ ਵਾਰ ਜਿਹੜੀ ਸੀ ਪਹਿਲੀ ਉਹ ਇੱਥੇ ਸਮਾਪਤ ਹੋ ਜਾਂਦੀ ਹੈ।